ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀ ਸੰਗਤ ਦੇ ਸਨਮੁਖ ਹੋ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਦੁਆਰਾ ਇਹ ਵਿਚਾਰ ਸਰਵਣ ਕਰਨ ਜਾ ਰਹੇ ਹਾਂ ਕਿ ਮਨ ਦੀ ਭਗਤੀ ਕਦੋਂ ਤੇ ਕਿਵੇਂ ਸ਼ੁਰੂ ਹੁੰਦੀ ਹੈ। ਅਸੀਂ ਵਾਰ-ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਜੋਦੜੀ ਕਰਦੇ ਹਾਂ। ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਸਾਨੂੰ ਆਪਣੀ ਭਗਤੀ ਦੇ ਉੱਪਰ ਲਾ ਲੈਣ। ਕਿਉਂਕਿ ਬਹੁਤ ਹੀ ਸਮਾਂ ਸਾਡਾ ਇਸ ਤਰ੍ਹਾਂ ਭਗਤੀ ਤੋਂ ਬਿਨਾਂ ਹੀ ਗੁਜ਼ਰ ਗਿਆ ਤੇ ਜਿੰਨੀ ਦੇਰ ਤੱਕ ਮਨ ਭਗਤੀ ਸ਼ੁਰੂ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਓਨੀ ਦੇਰ ਤੱਕ ਇਹਦਾ ਪਿਆਰ ਨਹੀਂ ਪੈਂਦਾ ਆਪਣੇ ਮਾਤਾ ਪਿਤਾ ਦੇ ਨਾਲ, ਆਪਣੇ ਮੂਲ ਦੇ ਨਾਲ ਔਰ ਆਪਣੇ ਘਰ ਦੇ ਨਾਲ। ਹੁਣ ਜਿੱਥੇ ਅਸੀਂ ਵਿਚਰ ਰਹੇ ਹੁੰਦੇ ਹਾਂ, ਜਿੱਥੇ ਸਾਡਾ ਮਨ ਵਿਚਰਿਆ ਹੁੰਦਾ ਆ, ਉਸ ਨੂੰ ਗੁਰਬਾਣੀ ਦੇ ਵਿੱਚ ਮਾਇਆ ਦਾ ਨਾਂ ਦਿੱਤਾ ਤੇ ਭਗਤੀ ਸ਼ੁਰੂ ਹੋਣੀ ਆ ਆਪਣੇ ਘਰ ਤੋਂ। ਲੇਕਿਨ ਜਿੱਥੇ ਅਸੀਂ ਵਿਚਰ ਰਹੇ ਹੁੰਦੇ ਹਾਂ, ਉਸ ਨੂੰ ਮਾਇਆ ਦਾ ਘਰ ਕਹਿੰਦੇ ਨੇ, ਦੂਸਰੇ ਦਾ ਘਰ ਕਹਿੰਦੇ ਨੇ ਤੇ ਮਾਇਆ ਦੇ ਵਿੱਚ ਭਗਤੀ ਨਹੀਂ ਹੁੰਦੀ, ਕਿਉਂਕਿ ਮਾਇਆ ਦੇ ਵਿੱਚ ਸਹਿਜ ਨਹੀਂ ਹੈ ਤੇ ਭਗਤੀ ਸਹਿਜ ਘਰ ਤੋਂ ਹੀ ਸ਼ੁਰੂ ਹੋਣੀ ਹੈ। ਜਿਸ ਤਰ੍ਹਾਂ ਬਹੁਤ ਸਾਰੇ ਜੀਵ ਯਤਨ ਜ਼ਰੂਰ ਕਰਦੇ ਆ, ਕੋਈ ਪਾਣੀ ਦੇ ਵਿੱਚ ਖਲੋ ਕੇ, ਕੋਈ ਪੁੱਠਾ ਲਮਕ ਕੇ, ਕੋਈ ਆਪਣੇ ਕੇਸ ਬੰਨ੍ਹ ਕੇ, ਕੋਈ ਜਾਗਤ ਅਵਸਥਾ ਦੇ ਵਿੱਚ ਇਸ ਸਰੀਰ ਨੂੰ ਜਗਾ ਕੇ, ਜਾਂ ਕੋਈ ਭੁੱਖੇ ਰਹਿ ਕੇ, ਜਾਂ ਕੋਈ ਅਨੇਕਾਂ ਹੋਰ ਸਾਧਨ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਵੀ ਅਸੀਂ ਭਗਤੀ ਕਰ ਰਹੇ ਹਾਂ। ਪਰ ਦਰਅਸਲ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਕਿ ਉਹ ਮਾਇਆ ਦੇ ਘਰ ਦੇ ਵਿੱਚ ਹੁੰਦੇ ਆ। ਮਾਇਆ ਵਿੱਚ ਸਹਿਜ ਨਾ ਹੋਵੇ, ਮਾਇਆ ਦੂਜੇ ਪਾਏ। ਹੁਣ ਜਿੰਨੀ ਦੇਰ ਤੱਕ ਮਨ ਆਪਣਾ ਮਾਇਆ ਦੇ ਘਰ ਦੇ ਵਿੱਚ ਆ, ਓਨੀ ਦੇਰ ਤੱਕ ਭਗਤੀ ਨਹੀਂ ਹੁੰਦੀ। ਹੁਣ ਜਿੱਥੇ ਅਸੀਂ ਮਨ ਕਰਕੇ ਵਿਚਰ ਰਹੇ ਹਾਂ, ਜਿੰਨੀ ਦੇਰ ਤੱਕ ਸਾਡਾ ਧਿਆਨ ਇਸ ਮਾਇਆ ਦੇ ਨਾਲ ਜੁੜਿਆ ਹੋਇਆ ਤੇ ਭਗਤੀ ਨਹੀਂ ਸ਼ੁਰੂ ਹੁੰਦੀ। ਜਿਸ ਹੁਣ ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰਦੇ ਜਾਣਾ ਵਾ, ਆਪੋ ਆਪਣੇ ਅੰਤਰਗਤ ਇਹ ਖੋਜ ਕਰਦੇ ਜਾਣਾ ਹੈ ਕਿ ਸਾਡੇ ਮਨ ਦੀ ਅਵਸਥਾ ਕੀ ਹੈ, ਅਸੀਂ ਕਿੱਥੇ ਵਿਚਰ ਰਹੇ ਹਾਂ। ਗੁਰਬਾਣੀ ਦੇ ਵਿੱਚ ਜਿਸ ਨੂੰ ਮਾਇਆ ਦਾ ਨਾਂ ਦਿੱਤਾ ਵਾ, ਉਹ ਆ ਤ੍ਰੈ ਗੁਣਾਂ ਦੀ ਮਾਇਆ। ਸੂਖਮ ਮਾਇਆ, ਇੱਕ ਮਾਇਆ ਆ ਦ੍ਰਿਸ਼ਟਮਾਨ ਮਾਇਆ, ਇੱਕ ਮਾਇਆ ਦ੍ਰਿਸ਼ਟਮਾਨ ਮਾਇਆ,
एक माया वा त्रै गुणां दी सूक्ष्म माया। सूक्ष्म माया दे विच आउंदे ने राजगुण, तामगुण और सतगुण। जिस हुण अपना ध्यान चला गया माया दे विच तां उहदे अंदर फुरने चलन लग पे, विचार चलन लग पे। वो जिहड़े विचार चल रहे ने, फुरने चल रहे ने, उस नूं गुरबाणी दे विच कहिंदे ने त्रै गुण। त्रै गुणां नूं ही माया दा नां दित्ता होया ते खोल के समझाउंदे ने राजगुण, तामगुण, सतगुण कहिए ये तेरी सब माया, चौथे पद को जो नर चीने तिन ही परम पद पाया। हुण ये नाल आपां देखना वा भी तिन्नां गुणां दे विच असीं कोई रजोगुण दे भी उपर हो सकदा वा। जिहड़ा रजोगुण दे उपर आ ਉਹਦਾ ਧਿਆਨ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਹੈ। ਕਿਸੇ ਦਾ ਮਨ ਤਮੋ ਗੁਣੀ ਵੀ ਆ। ਤਮੋ ਗੁਣੀ ਜਿਹੜਾ ਮਨ ਆ ਉਹਦੇ ਅੰਦਰ ਦੁਬਦਾ ਆ, ਈਰਖਾ ਦਾ ਭਰਿਆ ਹੋਇਆ ਵਾ, ਨਫ਼ਰਤ ਦਾ ਭਰਿਆ ਹੋਇਆ ਵਾ, ਉਹਦੇ ਅੰਦਰ ਕ੍ਰੋਧ ਪ੍ਰਧਾਨ ਰਹਿੰਦਾ ਹਰ ਵੇਲੇ, ਉਹ ਤਮੋ ਗੁਣੀ। ਤੇ ਕਿਸੇ ਦਾ ਮਨ ਸਤੋ ਗੁਣ ਦੇ ਉੱਪਰ ਵੀ ਹੁੰਦਾ ਵਾ। ਹੁਣ ਸਤੋ ਗੁਣ ਦੇ ਉੱਪਰ ਕਿਸੇ ਦਾ ਮਨ ਆ ਉਹ ਬਾਹਰ ਮੁਖੀ ਸੋਚਦਾ ਆ ਵੀ ਬਾਹਰ ਮੁਖੀ ਚੱਲਦਿਆਂ ਹੋਇਆਂ ਮੈਂ ਆਪਣਾ ਨਾਮ ਬਣਾਉਣ ਵਾਸਤੇ ਕੋਈ ਦਾਨ ਕਰਾਂ, ਕੋਈ ਪੁੰਨ ਕਰਾਂ, ਜਾਂ ਕੋਈ ਹੈ ਇਹੋ ਜਿਹਾ ਕੋਈ ਸਾਧਨ ਕਰਾਂ ਜਿਸ ਦੇ ਨਾਲ ਮੇਰਾ ਨਾਂ ਹੋ ਜਾਵੇ। ਉਹ ਸੋਚਦਾ ਸਤੋ ਗੁਣੀ ਆ, ਪਰ ਕਿਤੇ ਨਾ ਕਿਤੇ ਸੂਖਮ ਹਉਮੈ ਹੁੰਦੀ ਅੰਦਰ। ਹੁਣ ਇਹ ਜਿਹੜਾ ਮਨ ਆ ਇਹ ਜੋ ਕਹਿੰਦੇ ਨੇ ਤ੍ਰੈ ਗੁਣਾਂ ਵਿੱਚ ਚਲਾ ਗਿਆ। ਤ੍ਰੈ ਗੁਣ ਵਿਚਾਰ ਫੁਰਨੇ ਚੱਲ ਪਏ, ਸੈਂਸੇ ਚੱਲ ਪਏ, ਚਿੰਤਾਵਾਂ ਚੱਲ ਪਈਆਂ। ਹੁਣ ਮਨ ਦੇ ਅੰਦਰ ਉਹ ਵਿਚਾਰ ਫੁਰਨੇ ਚੱਲੀ ਜਾਂਦੇ ਤੇ ਜੀਵ ਕੋਈ ਪਾਣੀ 'ਚ ਖਲੋਤਾ ਵਾ, ਕੋਈ ਪੁੱਠਾ ਲਮਕਿਆ ਹੋਇਆ, ਕੋਈ ਨੇ ਆਪਣੇ ਉੱਪਰ ਕੇਸ ਬੰਨੇ ਹੋਏ ਆ। ਹੁਣ ਤਨ ਕਰਕੇ ਤਾਂ ਦੁੱਖ ਦੇ ਰਹੇ ਨੇ ਲੇਕਿਨ ਮਨ ਦੇ ਅੰਦਰ ਵਿਚਾਰ ਚੱਲਦੇ ਨੇ। ਤੇ ਕੋਈ ਮੂੰਹ ਤੋਂ ਮੌਨੀ ਬਣ ਗਿਆ, ਚੁੱਪ ਕਰ ਗਿਆ, ਪਰ ਅੰਦਰ ਵਿਚਾਰ ਚੱਲ ਰਿਹਾ। ਹੁਣ ਐਸੀ ਅਵਸਥਾ ਵਿੱਚ ਫਿਰ ਮਹਾਰਾਜ ਸਮਝਾਉਂਦੇ ਨੇ ਮਨ ਅੰਤਰ ਬੋਲੇ ਸਭ ਕੋਈ। ਹੁਣ ਮਨ ਦੇ ਅੰਦਰੋਂ ਬੋਲੀ ਜਾਂਦਾ ਵਾ, ਮਨ ਮਾਰੇ ਬਿਨ ਭਗਤ ਨਾ ਹੋਈ। ਜਿੰਨੀ ਦੇਰ ਤੱਕ ਅੰਦਰਲੇ ਵਿਚਾਰ ਨਹੀਂ ਰੁਕਦੇ ਤੇ ਉਹਦੀ ਭਗਤੀ ਸ਼ੁਰੂ ਨਹੀਂ ਹੁੰਦੀ। ਕਿਉਂਕਿ ਭਗਤੀ ਤੋਂ ਭਾਵ ਆ ਪਿਆਰ, ਤੇ ਪਿਆਰ ਪੈਣਾ ਵਾ ਪਰਮਾਤਮਾ ਦੇ ਨਾਲ। ਤੇ ਹੁਣ ਮਨ ਦਾ ਪਿਆਰ ਜਿਹੜਾ ਆ ਉਹ ਪੈ ਗਿਆ ਮਾਇਆ ਦੇ ਨਾਲ। ਕਿਉਂਕਿ ਜਿਸ ਚੀਜ਼ ਦੇ ਨਾਲ ਪਿਆਰ ਹੋਵੇ ਉਹਦਾ ਵਾਰ-ਵਾਰ ਚੇਤਾ ਆਏਗਾ। ਹੁਣ ਮੁੱਖ ਤੋਂ ਬੋਲਿਆ ਜਾ ਰਿਹਾ ਵਾ ਰੱਬ ਦਾ ਨਾਮ, ਰਸਨਾ ਨਾਲ ਬੋਲਿਆ ਜਾ ਰਿਹਾ ਵਾ, ਤੇ ਮਨ ਮਾਇਆ ਦੇ ਵਿੱਚ ਹੈ। ਮਨ ਨੂੰ ਟਿਕਾਊ ਨਹੀਂ। ਰਹਿਤ ਅਵਰ ਕਛਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮੁਖ ਦੁਆਰਾ ਗੰਢ ਪੈ ਰਹੀ ਆ, ਸਿਰਫ ਖਾਨਾ ਪੂਰਤੀ ਹੋ ਰਹੀ ਹੈ, ਲੇਕਿਨ ਮਨ ਦਾ ਪਿਆਰ ਨਹੀਂ ਪੈ ਰਿਹਾ। ਮਾਲਕ ਅੰਦਰ ਬੈਠੇ ਹੋਏ ਦੇਖਦੇ ਆ ਕਿ ਬੱਚਾ ਪਿਆਰ ਤਾਂ ਮਾਇਆ ਨਾਲ ਕਰਦਾ ਆ ਤੇ ਮਿਲਣਾ ਮੈਨੂੰ ਚਾਹੁੰਦਾ ਵਾ, ਤੇ ਐਸਾ ਤੇ ਮਿਲਾਪ ਹੋ ਨਹੀਂ ਸਕਦਾ। ਇਹ ਜਿਹੜੀ ਲਿਵ ਆ ਇਹਨੂੰ ਬਗਲ ਲਿਵ ਕਹਿੰਦੇ ਆ, ਬਗਲ ਸਮਾਧੀ ਕਹਿੰਦੇ ਆ। ਵੀ ਜਿਸ ਤਰ੍ਹਾਂ ਇੱਕ ਬਗਲਾ ਪਾਣੀ ਦੇ ਵਿੱਚ ਖੜਦਾ, ਇੱਕ ਲੱਤੇ ਵੀ ਖਲੋ ਜਾਂਦਾ, ਪਰ ਉਹ ਅੱਖਾਂ ਵੀ ਬੰਦ ਕਰਦਾ, ਪਰ ਉਹਦਾ ਧਿਆਨ ਜਿਹੜਾ ਆ ਉਹ ਡੱਡੀ ਮੱਛੀ ਵਾਲੇ ਪਾਸੇ ਹੁੰਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਬਹੁਤ ਸਾਰੇ ਜੀਵ ਇਸ ਤਰ੍ਹਾਂ ਧਿਆਨ ਕਰਦੇ ਆ। ਅੱਖੀਂ ਤਾਂ ਮੀਟੈ ਨਾਕ ਪਕੜੇ ਠੱਗਣ ਕੋ ਸੰਸਾਰ, ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ।
ਜਿਸ ਤਰ੍ਹਾਂ ਇੱਕ ਬਗਲਾ ਪਾਣੀ ਦੇ ਵਿੱਚ ਸਮਾਧੀ ਲਾ ਲੈਂਦਾ ਪਰ ਉਹਦੇ ਵਿਚਾਰ ਨਹੀਂ ਲਾਉਂਦੇ, ਇਸੇ ਤਰ੍ਹਾਂ ਫਿਰ ਮਹਾਰਾਜ ਨੇ ਐਸੀ ਜਿਹੜੇ ਜੀਵ ਕਰ ਰਹੇ ਨੇ ਉਹਨਾਂ ਦਾ ਖੰਡਨ ਕੀਤਾ ਹੋਇਆ ਵੀ ਇਹ ਭਗਤੀ ਨਹੀਂ ਹੈ। ਭਾਵੇਂ ਕੋਈ ਤੀਰਥਾਂ ਤੇ ਜਾ ਕੇ ਬੈਠ ਗਿਆ, ਭਾਵੇਂ ਕੋਈ ਕਿਤੇ ਜਾ ਕੇ ਬੈਠਾ ਹੋਇਆ, ਕਹਾਂ ਭਇਓ ਜੋ ਦੋ ਲੋਚਨ ਮੂੰਦ ਗਏ, ਬੈਠ ਰਹੋ ਬਗ ਧਿਆਨ ਲਗਾਇਓ, ਨਾਤ ਫਿਰਿਓ ਲਈ ਸਾਤ ਸਮੁੰਦਰਨ ਕੋ, ਲੋਕ ਗਇਓ ਪਰ ਲੋਕ ਗਵਾਇਆ। ਹੁਣ ਬਹੁਤ ਸਾਰੇ ਜੀਵਾਂ ਨੂੰ ਭਗਤੀ ਦੀ ਪਛਾਣ ਨਹੀਂ ਹੈ, ਮਾਇਆ ਦੇ ਵਿੱਚ ਚੱਲਦੇ ਨੇ, ਵਿਚਾਰਾਂ ਫੁਰਨਿਆਂ ਵਿੱਚ ਚੱਲਦੇ ਨੇ, ਇਥੋਂ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਮਾਇਆ ਸੂਖਮ ਮਾਇਆ ਵਾ, ਇਹ ਤ੍ਰੈ ਗੁਣਾਂ ਦੀ ਮਾਇਆ ਵਾ, ਤੇ ਉਹ ਪਰਮਾਤਮਾ ਨੂੰ ਪਾਉਣ ਵਾਸਤੇ, ਨਿਰੰਕਾਰ ਨੂੰ ਪਾਉਣ ਵਾਸਤੇ ਦੁਨਿਆਵੀ ਤੌਰ ਦੇ ਉੱਪਰ ਔਰ ਸਮਾਜਿਕ ਤੌਰ ਦੇ ਉੱਪਰ ਵੀ ਆਪਣੇ ਘਰ-ਬਾਰ ਦਾ ਤਿਆਗ ਕਰ ਦਿੰਦੇ ਨੇ, ਗ੍ਰਸਥ ਮਾਰਗ ਦਾ ਵੀ ਤਿਆਗ ਕਰ ਦਿੰਦੇ ਨੇ, ਔਰ ਗ੍ਰਸਥ ਮਾਰਗ ਨੂੰ ਛੱਡ ਕੇ ਘਰ-ਬਾਰ ਦਾ ਤਿਆਗ ਕਰਦੇ ਹੋਏ ਤੇ ਆਪਣੇ ਆਪ ਨੂੰ ਜਤੀ ਸਤੀ ਸਮਝਦੇ, ਔਰ ਜਤੀ ਸਤੀ ਸਮਝਦੇ ਵੀ ਅਸੀਂ ਹੁਣ ਭਗਤੀ ਕਰ ਰਹੇ ਹਾਂ ਉਹਦੀ, ਵੀ ਅਸੀਂ ਗ੍ਰਸਥੀ ਮਾਰਗ ਛੱਡ ਦਿੱਤਾ। ਪਰ ਉਹ ਭਾਵੇਂ ਕਿਤੇ ਵੀ ਚਲੇ ਜਾਂਦੇ ਨੇ, ਸੂਖਮ ਮਾਇਆ ਉਹਨਾਂ ਦੇ ਨਾਲ ਹੀ ਚੱਲਦੀ ਹੈ। ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲਾਇਆ। ਉਹ ਜੇ ਕਿਤੇ ਵੀ ਥਾਂ ਤੇ ਚਲੇ ਜਾਂਦੇ, ਉਹਨਾਂ ਦੇ ਅੰਦਰ ਵਿਚਾਰ ਫੁਰਨੇ ਚੱਲਦੇ ਨੇ, ਮਾਇਆ ਦਾ ਕਰਮ ਵੀ ਛੱਡ ਦਿੰਦੇ ਨੇ, ਇੱਧਰੋਂ ਗ੍ਰਸਥ ਮਾਰਗ ਵੀ ਛੱਡ ਗਏ, ਲੇਕਿਨ ਭਗਤੀ ਦਾ ਫੇਰ ਨਹੀਂ ਪਤਾ ਲੱਗਾ। ਹੁਣ ਮਹਾਰਾਜ ਗੁਰਬਾਣੀ ਦੇ ਵਿੱਚ ਐਸੇ ਜੀਵਾਂ ਬਾਰੇ ਸਮਝਾਉਂਦੇ ਨੇ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਉਹ ਆਪਣਾ ਕਾਰੋਬਾਰ ਵੀ ਛੱਡ ਬੈਂਦੇ ਨੇ, ਗ੍ਰਸਥ ਮਾਰਗ ਵੀ ਛੱਡ ਬੈਂਦੇ ਨੇ, ਤੇ ਭਗਤੀ ਦਾ ਵੀ ਉਹਨਾਂ ਨੂੰ ਭੇਦ ਨਹੀਂ ਆਉਂਦਾ, ਤੇ ਆਪਣੀ ਮੱਤ ਦੁਆਰਾ ਚੱਲਦੇ ਨੇ, ਜੋ ਵੇਦਾਂ ਸ਼ਾਸਤਰਾਂ ਵਿੱਚ ਜਾਂ ਮਹਾਰਾਜ ਸੱਚੇ ਪਾਤਸ਼ਾਹ ਕਲਾ ਦੇ ਯੁੱਗ ਵਿੱਚ ਉਪਦੇਸ਼ ਦੇ ਰਹੇ ਨੇ ਸਾਨੂੰ, ਉਹਦਾ ਭੇਦ ਨਹੀਂ ਲੈਂਦੇ। ਜਿਹੜੇ ਗੁਰਮੁਖ ਗ੍ਰਸਥ ਮਾਰਗ ਵਿੱਚ ਚੱਲਦੇ ਨੇ, ਭਗਤੀ ਕਰਦੇ, ਉਹਨਾਂ ਤੇ ਤਰਕ ਕਰਦੇ ਨੇ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ, ਵੇਦ ਸ਼ਾਸਤਰ ਕੋ ਤਰਕਣ ਲੱਗਾ, ਤਤ ਜੋਗ ਨਾ ਪਛਾਨੈ। ਹੁਣ ਜਿਹੜਾ ਤਤ ਜੋਗ ਆ, ਜਿੱਥੋਂ ਭਗਤੀ ਸ਼ੁਰੂ ਹੁੰਦੀ ਹੈ, ਜਿਹਨੂੰ ਹਰ ਤਤ ਕਹਿੰਦੇ ਨੇ, ਤਤ ਜੋਗ ਗੁਰਬਾਣੀ ਦੇ ਵਿੱਚ ਕਿਹਾ ਹੋਇਆ, ਜਿਸ ਨੂੰ ਬੀਜ ਮੰਤਰ ਦਾ ਨਾਮ ਹੀ ਦਿੱਤਾ ਹੋਇਆ, ਜਿੱਥੋਂ ਆਪਣੀ ਭਗਤੀ ਸ਼ੁਰੂ ਹੁੰਦੀ ਜਾ ਕੇ, ਉਹਨਾਂ ਨੂੰ ਤਤ ਜੋਗ ਦਾ ਭੇਦ ਨਹੀਂ ਆਉਂਦਾ। ਉਹ ਤਤ ਦੇ ਨਾਲ ਨਹੀਂ ਜੁੜਦੇ। ਤਤ ਜੋਗ ਤੋਂ ਭਾਵ ਹੁੰਦਾ ਜਿਹੜਾ ਹਰ ਤਤ ਦੇ ਨਾਲ ਜੁੜਦਾ, ਤਤ ਜੋਗ ਦੀ ਉਹਨਾਂ ਨੂੰ ਪਛਾਣ ਨਹੀਂ ਹੁੰਦੀ। ਉਹ ਬਾਹਰ ਮੁਖੀ ਜੁੜੇ ਰਹਿੰਦੇ ਕਿਤੇ ਨਾ ਕਿਤੇ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜਦੋਂ ਜੀਵ ਚੱਲਦੇ ਨੇ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਤਿੰਨ ਅਵਸਥਾ ਨੇ। ਜਿਸ ਤਰ੍ਹਾਂ ਇਹ ਲੋਕ ਨੇ ਜਿਨ੍ਹਾਂ ਨੂੰ ਜੁਗਤ ਨਹੀਂ, ਵਿਧੀ ਨਹੀਂ, ਜਿਨ੍ਹਾਂ ਨੇ ਗੁਰੂ ਤੋਂ ਮੱਤ ਨਹੀਂ ਲਈ ਹੁੰਦੀ, ਆਪਣੀ ਮੱਤ ਦੁਆਰਾ ਚੱਲਦੇ। ਤੇ ਜਿਸ ਤਰ੍ਹਾਂ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਕਿ ਇਸ ਤਰ੍ਹਾਂ ਬਹੁਤ ਸਾਰੇ ਜੀਵ ਕੋਸ਼ਿਸ਼ ਕਰਦੇ ਆ, ਪਰ ਉਹਨਾਂ ਨੂੰ ਭਗਤੀ ਦੀ ਪਛਾਣ ਨਹੀਂ ਹੁੰਦੀ। ਮਨ ਦਾ ਹੱਠ ਕਰਦੇ ਨੇ, ਥੱਕ ਜਾਂਦੇ ਨੇ, ਭਰਮਦੇ ਨੇ, ਲੇਕਿਨ ਹਰ ਤੱਤ ਦਾ ਭਗਤੀ ਦਾ ਭੇਦ ਨਹੀਂ ਹੁੰਦਾ। ਤਾਂ ਮਹਾਰਾਜ ਨੇ ਸਮਝਾਇਆ, ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੀ ਕਰਮ ਕਮਾਏ। ਮਨ ਹੱਠ ਕਰ ਭਰਮਦੇ, ਉਹ ਹੱਠ ਦੁਆਰਾ ਹੀ ਭਰਮਦੇ ਫਿਰਦੇ ਨੇ ਕਿ ਅਸੀਂ ਗ੍ਰਸਥ ਮਾਰਗ ਨਹੀਂ ਧਾਰਨ ਕੀਤਾ, ਅਸੀਂ ਜਤੀ ਸਤੀ ਬਣ ਗਏ, ਅਸੀਂ ਆਹ ਚੀਜ਼ ਖਾਣੀ ਛੱਡ ਦਿੱਤੀ। ਜਿਸ ਬਹੁਤੇ ਜੀਵ ਕਈਆਂ ਚੀਜ਼ਾਂ ਦਾ ਤਿਆਗ ਕਰਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹਨਾਂ ਦਾ ਨਾਂ ਇਸ ਤਰ੍ਹਾਂ ਪੈ ਜਾਂਦਾ ਵੀ ਇਹ ਦੁੱਧਾਧਾਰੀ ਨੇ, ਵੀ ਆਹ ਚੀਜ਼ ਨਹੀਂ ਖਾਂਦੇ, ਉਹ ਨਹੀਂ ਖਾਂਦੇ। ਤੇ ਜਦੋਂ ਗੁਪਤ ਹੁੰਦੇ ਨੇ, ਇਕੱਲੇ ਬੈਠੇ ਹੁੰਦੇ ਨੇ, ਤੇ ਉਦੋਂ ਸਾਰਾ ਕੁਝ ਛਕਦੇ ਨੇ। ਜਗ ਮੇ ਭਗਤੇ ਦੁੱਧਾਧਾਰੀ, ਗੁਪਤੀ ਖਾਵੇ ਵਟਕਾ ਸਾਰੀ। ਹੁਣ ਐਸਾ ਮਨ ਹੱਠ ਦੇ ਨਾਲ ਨਹੀਂ ਮਿਲਦਾ, ਕਿਉਂਕਿ ਮਾਇਆ ਦੀ ਕਿਰਤ ਵੀ ਛੱਡ ਲਈ
परिवार का भी त्याग कर लिया, भगती का फिर नहीं भेद लगा। इस तरह ही बहुत सारे जीव कोशिश करते हैं कि वो अपनी मत द्वारा ही वेदां शास्त्रों पढ़ना शुरू कर देंगे, लेकिन पढ़ते हैं उन्होंने विचार नहीं रुकते, पढ़ी जा रहे हैं, ध्यान फिर भी माया दे विच हुंदा। उन्होंने बाणी कहते हैं मनमत योग, मां अपनी मत द्वारा जुड़ना चाहते, उन्होंने भी भगती का भेद नहीं आता। जिस हमारे गुरबाणी समझाते हैं कि ऐसी अवस्था दे विच मानमुख ऐसी अवस्था दे विच चले जाते हैं, मानमुख जिहड़े ने अपनी मत द्वारा चलते हुए वो राम राम भी करते हैं, हरी हरी भी करते हैं, ਉਹਦਾ नाम ही ध्याउंदे ने, पर उन्होंने भगती का भेद नहीं लगता कि कितों जाके शुरू होनी। तो महाराज सच्चे पातशाह समझाते हैं गुरबाणी में, पढ़िया मैल ना उतरे पुछो ज्ञानिया जाए, मेरे मन गुर शरण आवे ता निर्मल होए, मान मुख हर हर कर थके, मैल न सके तोए। हुण इस अवस्था दे विच बहुत सारे जीव भरम दे विच ने, वो कोशिश कर रहे ने लेकिन थक जाते, राम राम करते हैं, पर उन्हों का जिहड़ा ध्यान आ वो माया दे विचों बाहर नहीं निकलता, रसां द्वारा कर रहे हैं ते अंदर विचार चलते हैं, फुरने चलते हैं, मन किते दा किते भज्जा फिरदा। ऐसी अवस्था दे विच भगती नहीं हुंदी। ऐसी अवस्था दे विच फिर महाराज गुरबाणी समझाउंदे ने, हार हार नित करह रसना, कहया कछु न जाणई, चित जिनका हिर लिया माया। उन्हों का जिहड़ा चित है, उन्हों का जिहड़ा ध्यान आ, वो माया दे विच टिकिया रहिंदा वा। माया तो भाव सूक्ष्म विचार फुरने त्रै गुण। चित जिनका हिर लिया माया, बोलन पै रवाणी। वो बोल रहे ने राम राम करता सब जग फिरै, राम ना पाया जाए, क्योंकि उन्होंने गुरु की मत प्रॉपर भेद नहीं लिया भी भगती कित्थों जाके शुरू होनी है, किस अवस्था दे विच जाके परमात्मा दे नाल प्यार पैना साडा। क्योंकि त्रै गुणा दे विच माया दे घर दे विच रहिंदियां होइयां जिन्नी देर तक असीं गुरु की शरण विच नहीं आउंदे, उन्नी देर तक सानूं भेद नहीं खुलदा। तीसरी अवस्था है गुरमत योग। जदों असीं गुरु की मत लैने आ, गुरु की शरण विच आउणे, जिस तरह आपां श्री गुरु ग्रंथ साहिब जी की गुरबाणी नूं जदों आपां पढ़दे हां, विचारदे हां, खोजदे हां, ते सानूं भेद खुलदा। तां महाराज समझाउंदे ने कि भगती शुरू होनी है चौथे पद तों, ते तुसीं विचरदे पए हो त्रै गुणां दे विच। त्रै गुण मेटे चौथे वरते, इहा भगत निरारी। भी गुरु नानक दे घर दी जिहड़ी भगती आ, वो संसार नालों वखरी है। संसार दे जीव शरीर द्वारा भगती करने की कोशिश करते हैं, तो गुरु नानक देव जी ने भगती का मन के नाल संबंध दस्सिया भी जिन्नी देर तक मन त्रै गुणां दे विच भगती नहीं हो सकती, ते भगती शुरू होनी जदों त्रै गुणां नूं खत्म कर दिता, बंद कर दिता। हुण ये जिहड़े त्रै गुण ने, ये जो विचार चल रहे हैं, फुरने चल रहे हैं, ये लगातार चलते पे। हुण इन्हां त्रै गुणां नूं किवें बंद किया जाए, इत्थे फिर गुरु सब तो पहला समझाउंदा सन भी किवें इन्हां त्रै गुणां नूं मिटना है, किवें इन्हां त्रै गुणां तो अतीत होना है, किवें तुसीं त्रै गुणां तो रहत होना है। क्योंकि त्रै गुणां दे विच सहज नहीं हैगा। बाणी दा फरमान है, आपां नूं उपदेश करदे ने, त्रै गुण सभा धात है, पढ़ पढ़ करे विचार, मुकत कदे ना होवई, ना पाए मोख द्वार।
ਆਮ ਹੀ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜੀਵ ਆਪਣੇ ਵਿੱਚੋਂ ਵੀ ਇਹੋ ਜਿਹੇ ਹੁੰਦੇ ਨੇ ਕਿ ਸਾਡੇ ਵੀ ਅੰਦਰ ਵਿਚਾਰ ਚੱਲਦੇ ਨੇ, ਫੁਰਨੇ ਚੱਲਦੇ ਨੇ, ਮਨ ਚੱਲ ਰਿਹਾ, ਧਿਆਨ ਕਿਤੇ ਹੋਰ ਹੁੰਦਾ ਆ, ਮਨ ਕਿਤੇ ਹੋਰ ਆ, ਤੇ ਅਸੀਂ ਬੋਲ ਕੁਛ ਹੋਰ ਰਹੇ ਹੁੰਦੇ। ਹੁਣ ਇੱਥੇ ਹੀ ਜਦੋਂ ਅਸੀਂ ਵਿਚਾਰ ਕਰਦੇ ਵੀ ਮਾਰੇ ਕੀ ਕੀਤਾ ਜਾਏ, ਵੀ ਵਾਕਿਆ ਹੀ ਵੀ ਸਾਡੇ ਮਨ ਦੇ ਤਾਂ ਵਿਚਾਰ ਨਹੀਂ ਰੁਕਦੇ, ਫੁਰਨੇ ਚੱਲਦੇ ਪਏ ਨੇ, ਤ੍ਰੈ ਗੁਣਾਂ ਦੇ ਵਿੱਚ ਚੱਲਦੇ ਆ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਵਿਚਾਰ ਨੇ ਮਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਨੇ ਇਹਦੇ ਬਾਰੇ ਖੋਲ ਕੇ, ਆਪਾਂ ਨਾਲ ਨਾਲ ਆਪਾਂ ਦੇਖੀ ਜਾਣਾ ਵੀ ਸਾਡੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ। ਗੁਰਬਾਣੀ 'ਚ ਸਮਝਾਉਂਦੇ ਨੇ, ਤ੍ਰੈ ਗੁਣ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਪੜੀਏ ਗੁਣੀਏ ਕਿਆ ਕਥੀਏ, ਜੇ ਮੁੱਢੋਂ ਕੁੱਥਾ ਜਾਏ, ਚੌਥੇ ਪਦ ਮੇ ਸਹਿਜ ਹੈ, ਗੁਰਮੁਖ ਪੱਲੇ ਪਾਏ। ਹੁਣ ਸਹਿਜ ਅਵਸਥਾ ਚੌਥੇ ਪਦ ਵਿੱਚ ਹੈ, ਤ੍ਰੈ ਗੁਣਾਂ ਤੋਂ ਉੱਪਰ। ਹੁਣ ਤ੍ਰੈ ਗੁਣਾਂ ਦਾ ਸੰਬੰਧ ਹੈਗਾ ਆ ਪਾਉਣ ਦੇ ਨਾਲ। ਅੱਜ ਜੋ ਪਾਉਣ ਆਪਣੇ ਅੰਦਰ ਪ੍ਰਵੇਸ਼ ਹੋ ਰਹੀ ਹੈ, ਇਸ ਪਾਉਣ ਦੇ ਵਿੱਚ ਪਾਣੀ ਵੀ ਆ, ਅਗਨ ਵੀ ਆ। ਇਹ ਪਾਉਣ ਜਦੋਂ ਅੰਦਰ ਪ੍ਰਵੇਸ਼ ਹੋ ਰਹੀ ਹੈ ਆਪਣੇ, ਤੇ ਜਦੋਂ ਸਾਡਾ ਧਿਆਨ ਇਸ ਪਾਉਣ ਦੇ ਨਾਲ ਜੁੜਦਾ, ਪਾਉਣ ਦੇ ਸੰਪਰਕ 'ਚ ਆਉਂਦਾ ਮਨ ਆਪਣਾ, ਤੇ ਇਹ ਪਾਉਣ ਤੋਂ ਹੀ ਤ੍ਰੈ ਗੁਣ ਪੈਦਾ ਹੁੰਦੇ ਨੇ। ਰਜੋਗੁਣ ਪਾਉਣ ਤੋਂ ਪੈਦਾ ਹੋ ਗਿਆ, ਤੇ ਪਾਉਣ ਤੋਂ ਜਿਹੜਾ ਪਾਣੀ ਪ੍ਰਗਟ ਹੋਇਆ ਉਸ ਤੋਂ ਸਤੋਗੁਣ ਪੈਦਾ ਹੋਇਆ, ਤੇ ਜਿਹੜੀ ਅਗਨ ਪੈਦਾ ਹੋਈ, ਪ੍ਰਗਟ ਹੋਈ, ਅਗਨ ਤੋਂ ਤਮੋਗੁਣ ਪੈਦਾ ਹੋ ਗਿਆ। ਇਹ ਜਿਹੜੇ ਪਾਉਣ, ਪਾਣੀ ਤੇ ਬਸੰਤਰ ਨੇ, ਇਹ ਤ੍ਰੈ ਗੁਣ ਨੇ। ਤੇ ਜਿਉਂ ਹੀ ਮਨ ਇਸ ਪਾਉਣ ਦੇ ਸੰਪਰਕ ਦੇ ਵਿੱਚ ਆਉਂਦਾ, ਪਾਉਣ ਦੇ ਵਿੱਚ ਸੰਪਰਕ ਦੇ ਵਿੱਚ ਆਉਣ ਦੇ ਨਾਲ ਤ੍ਰੈ ਗੁਣ ਪੈਦਾ ਹੋ ਜਾਂਦੇ, ਤੇ ਤ੍ਰੈ ਗੁਣਾਂ ਦੇ ਵਿੱਚ ਲਹਿਰਾਂ ਤੇ ਵਿਚਾਰ ਚੱਲ ਪਏ, ਫੁਰਨੇ ਚੱਲ ਪੈਂਦੇ ਨੇ। ਤ੍ਰੈ ਗੁਣਾਂ ਨੂੰ ਮਾਇਆ ਦਾ ਨਾਮ ਦੇ ਦਿੱਤਾ। ਹੁਣ ਇੱਥੇ ਬਹੁਤ ਸਾਰੇ ਜਿਹੜੇ ਜੀਵ, ਉਹਨਾਂ ਨੂੰ ਭੇਦ ਨਹੀਂ ਆਇਆ ਸੀ, ਉਹ ਬਾਹਰ ਮੁਖੀ ਹੀ ਧਿਆਨ ਲਾਉਂਦੇ ਰਹੇ ਆਪਣੇ, ਤੇ ਤ੍ਰੈ ਗੁਣਾਂ ਦੇ ਵਿੱਚ ਵਿਚਰਦੇ ਰਹੇ। ਤਾਂ ਮਾਰੇ ਗੁਰਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਮੂਰਖ ਅੰਧੇ ਤ੍ਰੈ ਗੁਣ ਸੇਵੇ, ਮਾਇਆ ਕਿਉ ਬਿਹਾਰੀ, ਅੰਦਰ ਕਪਟ ਉਧਰ ਭਰਨੇ ਕੇ ਤਾਈ, ਪਾਠ ਪੜੈ ਗੁਆਰੀ। ਤ੍ਰੈ ਗੁਣਾਂ ਦੇ ਵਿੱਚ ਹੀ ਵਿਚਰਦੇ ਰਹੇ, ਤ੍ਰੈ ਗੁਣਾਂ ਦੀ ਪੂਜਾ ਕਰਦੇ ਰਹੇ, ਤ੍ਰੈ ਗੁਣਾਂ ਦੇ ਵਿੱਚ ਉਹਨਾਂ ਨੂੰ ਭਗਤੀ ਦਾ ਭੇਦ ਨਹੀਂ ਆਇਆ। ਕਿਆ ਪੜੀਏ ਕਿਆ ਗੁਣੀਏ, ਕਿਆ ਭੇਦ ਪਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹੁਣ ਮਨ ਸਹਿਜ ਅਵਸਥਾ ਦੇ ਵਿੱਚ ਨਹੀਂ ਟਿਕਿਆ, ਜਿੱਥੋਂ ਭਗਤੀ ਸ਼ੁਰੂ ਹੋਣੀ। ਹੁਣ ਸਭ ਤੋਂ ਪਹਿਲਾਂ ਜਦੋਂ ਮਹਾਰਾਜ ਸਮਝਾਉਣ ਲੱਗੇ ਵੀ ਤੁਹਾਡਾ ਜਿਹੜਾ ਮਨ ਆ, ਇਹ ਪਾਉਣ ਦੇ ਸੰਪਰਕ ਦੇ ਵਿੱਚ ਹੈ, ਪਾਉਣ ਦੇ ਸੰਪਰਕ ਵਿੱਚ ਆਉਣ ਦੇ ਨਾਲ ਇਹ ਪਾਉਣ ਦਾ ਸੰਤੁਲਨ ਵਿਗੜਿਆ ਵਾ। ਪਾਉਣ ਦਾ ਸੰਤੁਲਨ ਵਿਗੜਨ ਕਰਕੇ ਹੀ ਅੰਦਰ ਤ੍ਰੈ ਗੁਣਾਂ ਦਾ ਖੇਲ ਚੱਲ ਰਿਹਾ। ਤੇ ਜੇ ਤੁਸੀਂ ਭਗਤੀ ਮਾਰਗ ਤੇ ਚੱਲਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਇਹ ਪਾਉਣ ਨੂੰ ਸਮ ਕਰੋ। ਪਾਉਣ ਨੂੰ ਸਮ ਕਰੋਗੇ ਤਾਂ ਇਹ ਹੌਲੀ ਹੌਲੀ ਤ੍ਰੈ ਗੁਣ ਜਿਹੜੇ ਨੇ, ਇਹ ਵਿਚਾਰ ਜਿਹੜੇ ਨੇ, ਇਹ ਫੁਰਨੇ ਜਿਹੜੇ ਨੇ, ਇਹ ਰੁਕਣ ਲੱਗਣਗੇ। ਜਿਵੇਂ ਜਿਵੇਂ ਇਹ ਵਿਚਾਰ ਰੁਕਣ ਲੱਗਣ ਤੇ ਸਹਿਜ ਅਵਸਥਾ ਪੈਦਾ ਹੁੰਦੀ ਜਾਏਗੀ, ਤੇ ਸਹਿਜ ਵਿੱਚ ਆ ਕੇ ਹੀ ਤੁਹਾਡੀ ਭਗਤੀ ਸ਼ੁਰੂ ਹੋ ਜਾਏਗੀ। ਹੁਣ ਇੱਥੋਂ ਜਦੋਂ ਆਪਾਂ ਭਗਤੀ ਤੇ ਚੱਲਣਾ, ਸਭ ਤੋਂ ਪਹਿਲਾਂ ਇਹ ਜਿਹੜੀ ਪਾਉਣ ਆ, ਇਹਨੂੰ ਸਮ ਕਰਨਾ ਹੁੰਦਾ ਆ। ਆਹ ਪਾਉਣ ਜੋ ਦੋ ਸੁਰਾਂ ਦੇ ਰਹੇ ਅੰਦਰ ਜਾ ਰਹੀ ਆ, ਇਹ ਬਰਾਬਰ ਨਹੀਂ ਜਾ ਰਹੀ ਆਪਣੇ, ਜਿਸ ਕਰਕੇ ਸਾਡੇ ਵਿਚਾਰ ਫੁਰਨੇ ਚੱਲਦੇ ਨੇ। ਕਈਆਂ ਨੂੰ ਗੁੱਸਾ ਵੀ ਆਉਂਦਾ, ਕ੍ਰੋਧ ਵੀ ਆਉਂਦਾ। ਇਸ ਪਾਉਣ ਨੂੰ ਸਮ ਕਰਨ ਵਾਸਤੇ ਆਪਾਂ ਇਸ ਪਾਉਣ ਦੇ ਵਿੱਚ ਸ਼ਬਦ ਦਾ ਟਿਕਾਓ ਕਰ ਦੇਣਾ ਹੁੰਦਾ, ਜੋ ਗੁਰੂ ਦਾ ਮੰਤਰ ਆ। ਜਦੋਂ ਇਹ ਪਾਉਣ ਅੰਦਰ ਜਾਵੇ, ਸਵਾਸ ਅੰਦਰ ਗਿਆ, ਤੇ ਨਾਲ ਹੀ ਸ਼ਬਦ ਉਚਾਰਨ ਕਰਨਾ ਹੈ। ਆਪਣਾ ਜਿਹੜਾ ਧਿਆਨ ਆ, ਉਹ ਸ਼ਬਦ ਦੀ ਆਵਾਜ਼ ਵਿੱਚ ਰੱਖ ਦੇਣਾ, ਧੁਨ ਵਿੱਚ ਰੱਖ ਦੇਣਾ। ਜੋ ਮੁਖ ਤੋਂ ਤੁਸੀਂ ਬੋਲਣਾ, ਉਹਦੇ ਵਿੱਚ ਧਿਆਨ ਟਿਕਾ ਦੇਣਾ। ਤੇ ਜਦੋਂ ਤੁਹਾਡਾ ਧਿਆਨ ਸ਼ਬਦ ਵਿੱਚ ਟਿਕ ਗਿਆ, ਪਾਉਣ ਅੰਦਰ ਗਈ,
ਨਾਭੀ ਟਕਰਾ ਕੇ ਗਗਨ ਨੂੰ ਆਉਣ ਲੱਗੀ ਤੇ ਤੁਸੀਂ ਫਿਰ ਉਸ ਸ਼ਬਦ ਦਾ ਉਚਾਰਨ ਕਰਨਾ ਤੇ ਧਿਆਨ ਉਹਦੇ ਵਿੱਚ। ਇਸਾਂ ਵਾਰ-ਵਾਰ ਜਦੋਂ ਅਸੀਂ ਅਭਿਆਸ ਕਰਾਂਗੇ ਧੁਨ ਵਿੱਚ ਧਿਆਨ ਰੱਖ ਕੇ ਤੇ ਇਹ ਪੌਣ ਸਮ ਹੁੰਦੀ ਜਾਏਗੀ। ਤੇ ਜਿਵੇਂ ਜਿਵੇਂ ਪੌਣ ਸਮ ਹੋ ਜਾਏਗੀ, ਕਿਵੇਂ ਸਮ ਹੋਵੇਗੀ ਇਹ ਆਪਾਂ ਨੂੰ ਫਿਰ ਸਮਝਾਇਆ। ਆਪਸ ਕੋ ਆਪੇ ਆਦੇਸ਼, ਤ੍ਰੈ ਗੁਣ ਮੈਂ ਨਾਹੀ ਪ੍ਰਵੇਸ਼। ਜਦੋਂ ਅਸੀਂ ਬੋਲ ਰਹੇ ਹਾਂ ਉਦੋਂ ਨਾਲ ਨਾਲ ਸੁਣਨਾ। ਆਓ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ ਕੋਸ਼ਿਸ਼ ਕਰਦੇ ਹਾਂ ਆਪਾਂ। ਭਗਤੀ ਜੋ ਆਪਾਂ ਕਰਨੀ ਹੈ ਸਾਰਿਆਂ ਨੇ, ਅਜੇ ਭਗਤੀ ਨਹੀਂ ਸ਼ੁਰੂ ਹੋਏਗੀ। ਭਗਤੀ ਅੱਗੇ ਜਾ ਕੇ ਸਹਿਜ ਤੋਂ ਜਦੋਂ ਪੌਣ ਸਮ ਹੁੰਦੀ ਜਾਏਗੀ, ਫਿਰ ਅੰਤਰਗਤ ਟਿਕਾਊ ਬਣਦਾ ਜਾਏਗਾ, ਫਿਰ ਆਪਾਂ ਨਾਲ ਨਾਲ ਭਗਤੀ ਦੀ ਖੋਜ ਵੀ ਕਰਦੇ ਹਾਂ। ਆਓ ਪਹਿਲਾਂ ਆਪਾਂ ਇਹ ਧਿਆਨ ਨੂੰ ਬਦਲਣਾ ਹੈ, ਵਿਚਾਰਾਂ ਨੂੰ ਰੋਕਣਾ ਆ। ਉਸ ਵਾਸਤੇ ਆਪਾਂ ਨੂੰ ਸਮਝਾਇਆ ਬਾਣੀ ਦੁਆਰਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਆਗਤ ਕਹਾਣੀ। ਭਗਤੀ ਦਾ ਸੰਬੰਧ ਮਨ ਦੇ ਨਾਲ ਆ, ਤਨ ਦੇ ਨਾਲ ਨਹੀਂ। ਇਹ ਜਿਹੜਾ ਤਨ ਆ ਇਹ ਕਿਸੇ ਵੀ ਕੰਡੀਸ਼ਨ ਦੇ ਵਿੱਚ ਹੋ ਸਕਦਾ ਵਾ, ਕਿਸੇ ਵੀ ਅਵਸਥਾ ਵਿੱਚ ਹੋ ਸਕਦਾ ਵਾ। ਚਾਹੇ ਤੁਸੀਂ ਇਸ ਨੂੰ ਥੋੜਾ ਰਿਲੈਕਸ ਕਰਕੇ ਵੀ ਬੈਠ ਸਕਦੇ ਹੋ, ਜਾਂ ਇਸ ਨੂੰ ਤੁਸੀਂ ਢੋ ਲਾ ਕੇ ਵੀ ਬੈਠ ਸਕਦੇ ਹੋ। ਇਹ ਤਨ ਦੀ ਕੋਈ ਗੱਲ ਨਹੀਂ। ਜਿਸ ਤਰ੍ਹਾਂ ਬਹੁਤੇ ਜਿਹੜੇ ਜੀਵ ਆ ਕਈ ਦਫਾ ਜਦੋਂ ਇਸ ਤਰ੍ਹਾਂ ਆਰਾਧਨਾ ਕਰਦੇ ਆ, ਉਹ ਚਾਹੁੰਦੇ ਨੇ ਵੀ ਅਸੀਂ ਇਸ ਸਰੀਰ ਨੂੰ ਸਿੱਧਾ ਕਰਕੇ ਬੈਠੀਏ। ਸਾਵਧਾਨ, ਸਾਵਧਾਨ ਮਨ ਨੂੰ ਕਰਨਾ ਹੈ, ਇਕਾਗਰ ਮਨ ਨੇ ਹੋਣਾ ਹੈ। ਇਹ ਨਾ ਵੀ ਆਪਾਂ ਇਸ ਤਰ੍ਹਾਂ ਇਕਾਗਰ ਹੋ ਕੇ ਬੈਠੇ ਤੇ ਮਨ ਤੇ ਕਿਤੇ ਹੋਰ ਤੁਰਿਆ ਫਿਰਦਾ। ਜੇ ਤੁਸੀਂ ਬਿਲਕੁਲ ਇਸ ਤਰ੍ਹਾਂ ਆਕੜ ਕੇ ਬੈਠੋਗੇ ਬਿਲਕੁਲ, ਤੇ ਜੇ ਤੁਹਾਡੇ ਲੱਕ ਵਿੱਚ ਦਰਦ ਹੋ ਰਹੀ ਜਾਂ ਤਨ ਵਿੱਚ ਕਿਤੇ, ਤੇ ਤੁਹਾਡਾ ਧਿਆਨ ਤਾਂ ਉੱਧਰ ਚਲਾ ਗਿਆ, ਤੇ ਧਿਆਨ ਤਾਂ ਸਰੀਰ ਵਿੱਚ ਰਹਿ ਗਿਆ, ਮਨ ਤਾਂ ਉੱਥੇ ਚਲਾ ਗਿਆ। ਇਸ ਕਰਕੇ ਜਦੋਂ ਇਕਾਗਰ ਕਰਨਾ ਹੈ ਤੇ ਧਿਆਨ ਰੱਖਣਾ ਆਪਣੀ ਆਵਾਜ਼ ਵਿੱਚ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਆਗਤ ਕਹਾਣੀ। ਕੰਸਨਟਰੇਟ ਆਪਣੀ ਆਵਾਜ਼ ਵਿੱਚ ਕਰਾਂਗੇ ਆਪਾਂ। ਇਹ ਸਰੀਰ ਕਿਸੇ ਵੀ ਮੋੜ ਤੇ ਹੋ ਸਕਦਾ ਵਾ। ਇਹ ਸਰੀਰ ਦੁਆਰਾ ਭਗਤੀ ਨਹੀਂ ਕਰਨੀ, ਭਗਤੀ ਹੋਣੀ ਹੈ ਮਨ ਦੁਆਰਾ। ਤੇ ਮਨ ਨੇ ਭਗਤੀ ਉਦੋਂ ਕਰਨੀ ਹੈ ਜਦੋਂ ਇਹ ਜਾਗਤ ਅਵਸਥਾ ਦੇ ਸਹਿਜ ਅਵਸਥਾ ਵਿੱਚ ਆਏਗਾ। ਆਓ ਕਿਸ ਤਰ੍ਹਾਂ ਚੱਲਣਾ ਆਪਾਂ। ਪਿਆਰ ਦੇ ਨਾਲ ਆਪਾਂ ਆਪਣੇ ਜਿਹੜੇ ਨੇਤਰ ਇਹਨਾਂ ਨੂੰ ਰਿਲੈਕਸ ਹੌਲੀ ਹੌਲੀ ਬੰਦ ਕਰ ਲੈਣਾ ਹੁੰਦਾ, ਔਰ ਮੁਖ ਦੇ ਦੁਆਰਾ ਬੋਲਣਾ, ਔਰ ਆਪਣੇ ਜਿਹੜੇ ਸ਼ਰਵਣ ਨੇ, ਕੰਨ ਨੇ, ਇਹਨਾਂ ਦੁਆਰਾ ਆਪਣੀ ਆਵਾਜ਼ ਨੂੰ ਸੁਣਨਾ। ਐਸਾ ਹੀ ਆਪਾਂ ਕੋਸ਼ਿਸ਼ ਕਰਨੀ ਹੈ ਵਾਰ-ਵਾਰ ਅਭਿਆਸ ਕਰਨ ਦੀ। ਪਹਿਲਾਂ ਥੋੜਾ ਬੈਕਰੀ ਬਾਣੀ 'ਚ ਬੋਲਣ ਹੁੰਦਾ, ਉੱਚੀ, ਕਿਉਂਕਿ ਜੇ ਸਾਡਾ ਧਿਆਨ ਥੋੜਾ ਦੂਰ ਗਿਆ ਹੁੰਦਾ ਵਿਚਾਰਾਂ ਵਿੱਚ। ਜਿਵੇਂ ਜਿਵੇਂ ਆਪਾਂ ਥੋੜਾ ਉੱਚੀ ਬੋਲਾਂਗੇ, ਆਵਾਜ਼ ਵਿੱਚ ਧਿਆਨ ਆਉਂਦਾ ਜਾਏਗਾ। ਫਿਰ ਹੌਲੀ ਹੌਲੀ ਮੱਧਮਾ ਵਿੱਚ, ਮੱਧਮਾ ਤੋਂ ਹੌਲੀ ਹੌਲੀ ਜਿਵੇਂ ਜਿਵੇਂ ਧਿਆਨ ਇਕਾਗਰ ਹੁੰਦਾ ਗਿਆ, ਮਨ ਇਕਾਗਰ ਹੁੰਦਾ ਗਿਆ, ਪੌਣ ਸਮ ਹੁੰਦੀ ਜਾਏਗੀ। ਫਿਰ ਆਪਾਂ ਅੰਤਰਗਤ ਚਲੇ ਜਾਣਾ ਪਾਸੰਤੀ ਬਾਣੀ ਵਿੱਚ। ਤੇ ਜਿਵੇਂ ਜਿਵੇਂ ਅੰਤਰਗਤ ਚਲੇ ਗਏ, ਫਿਰ ਆਪਣਾ ਧਿਆਨ ਜਾ ਕੇ ਇੱਕ ਪੁਆਇੰਟ ਦੇ ਉੱਪਰ ਟਿਕਾ ਦੇਣਾ ਹੁੰਦਾ। ਹੌਲੀ ਹੌਲੀ ਟਿਕਾਓ ਲੈ ਜਾਣਾ ਇਸ ਨਾਭੀ ਦੇ ਉੱਪਰ। ਉਹ ਨਾਲ ਆਪਾਂ ਫਿਰ ਵਿਚਾਰ ਕਰਦੇ ਹਾਂ। ਆਓ ਸਾਰੇ ਜਿੰਨੇ ਵੀ ਗੁਰਮੁਖ ਇਸ ਮਾਧਿਅਮ ਦੇ ਰਾਹੀਂ ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਆਪੋ ਆਪਣੇ ਆਸਨ ਤੇ ਬੈਠ ਕੇ ਸਿਮਰਨ ਦੇ ਨਾਲ ਜੁੜੀਏ, ਤਾਂ ਜੋ ਆਪਾਂ ਅੱਗੇ ਭਗਤੀ ਦੀ ਖੋਜ, ਭਗਤੀ ਦੀ ਪਛਾਣ ਕਰੀਏ। ਆਓ ਸਾਰੇ ਪਿਆਰ ਦੇ ਨਾਲ ਰਸਨਾ ਨੂੰ ਉਚਾਰਨ ਕਰਦੇ ਹੋਏ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ। ਸਾਰੇ ਵਾਹਿਗੁਰੂ, 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 ਵਾਹਿਗੁਰੂ,
ਗੁਰੂ ਵਾਹਿਗੁਰੂ 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 ਵਾਹਿਗੁਰੂ। ਐਸਾ ਜਦੋਂ ਆਪਾਂ ਸਿਮਰਨ ਕਰਦੇ ਜਾਵਾਂਗੇ ਲਗਾਤਾਰ, ਥੋੜਾ ਆਪਾਂ ਇੱਥੇ ਸੰਗਤ ਰੂਪ ਵਿੱਚ ਵੀ ਸਿਰਫ ਸਿੱਖਣ ਵਾਸਤੇ ਹੀ ਸਿਮਰਨ ਕੀਤਾ ਹੈ। ਬਾਕੀ ਜਦੋਂ ਆਪਾਂ ਧਿਆਨ ਦੀ ਅਵਸਥਾ ਵਿੱਚ ਜਾਣ ਦਾ ਯਤਨ ਕਰਨਾ ਤੇ ਕੁਝ ਸਮਾਂ ਬੋਲਣਾ, ਜਿਸ ਤਰ੍ਹਾਂ ਜਿੰਨਾ ਚਿਰ ਸਾਡਾ ਟਿਕਾਊ ਨਹੀਂ ਬਣਦਾ, ਪੌਣ ਸਮ ਨਹੀਂ ਹੁੰਦੀ, ਉਹਨਾਂ ਚਿਰ ਆਪਾਂ ਬੋਲ ਕੇ ਆਰਾਧਨਾ ਕਰਦੇ ਰਹਿਣਾ। ਤੇ ਜਿਵੇਂ ਜਿਵੇਂ ਇਹ ਸਾਡਾ ਧਿਆਨ ਆਵਾਜ਼ ਵਿੱਚ ਲੀਨ ਹੁੰਦਾ ਜਾਏਗਾ ਤੇ ਹੌਲੀ ਹੌਲੀ ਸਾਨੂੰ ਖੁਮਾਰੀ ਚੜ੍ਹਦੀ ਜਾਏਗੀ। ਇਹ ਚੇਤਾ ਭੁੱਲਣ ਲੱਗ ਜਾਏਗਾ ਆਪਾਂ ਨੂੰ, ਇਸ ਸਰੀਰ ਦਾ। ਇਹ ਵਿਚਾਰ ਰੁਕਦੇ ਜਾਣਗੇ, ਜਿਸ ਤਰ੍ਹਾਂ ਨੀਂਦਰ ਆਉਂਦੀ ਜਾਂਦੀ ਹੈ, ਨੀਂਦ ਆ ਰਹੀ ਹੈ। ਹੁਣ ਇੱਥੇ ਕਈ ਦਫਾ ਬਹੁਤ ਸਾਰੇ ਜੀਵ ਜਦੋਂ ਨੀਂਦ ਆਉਣ ਲੱਗਦੀ ਹੈ ਤਾਂ ਉਹ ਸਮਝਦੇ ਕਿ ਸ਼ਾਇਦ ਕਿ ਸਾਨੂੰ ਨੀਂਦ ਆ ਗਈ, ਸਾਡੇ ਕੋਲ ਹੁਣ ਸਿਮਰਨ ਨਹੀਂ ਹੋ ਰਿਹਾ। ਲੇਕਿਨ ਜੋ ਗੁਰਮਤ ਹੈ, ਅਸਲ ਗੁਰਮਤ, ਤਾਂ ਗੁਰਮਤ ਦੇ ਵਿੱਚ ਸਾਨੂੰ ਅਭਿਆਸ ਦੁਆਰਾ ਜਦੋਂ ਨੀਂਦ ਆਉਣੀ ਸ਼ੁਰੂ ਹੋ ਜਾਏ, ਉਹਨੂੰ ਗੁਰਬਾਣੀ 'ਚ ਸਹਿਜ ਅਵਸਥਾ ਕਹਿੰਦੇ। ਨੀਂਦ ਭਈ ਸਹਿਜ ਕਰ ਪਾਇਆ, ਸਹਿਜ ਅਵਸਥਾ। ਜਿਵੇਂ ਜਿਵੇਂ ਨੀਂਦ ਆ ਰਹੀ ਜੇ, ਇਹ ਸਰੀਰ ਦਾ ਚੇਤਾ ਭੁੱਲ ਰਿਹਾ, ਨੌ ਦਰ ਬੰਦ ਹੁੰਦੇ ਜਾ ਰਹੇ ਨੇ। ਇਸ ਨੂੰ ਮਹਾਰਾਜ ਨੇ ਗੁਰਬਾਣੀ 'ਚ ਸਮਝਾਇਆ ਆਪਾਂ ਨੂੰ, ਸੁਣ ਸਕੀਐ ਮੇਰੀ ਨੀਂਦ ਭਲੀ, ਮੈਂ ਆਪਣਾ ਫਿਰ ਮਿਲਿਆ। ਕਿਉਂਕਿ ਨੀਂਦ ਇੱਕ ਹੁੰਦਾ ਮਨ ਤ੍ਰੈ ਗੁਣਾਂ ਵਿੱਚ ਆ ਕੇ ਸੁੱਤਾ ਹੋਇਆ, ਇੱਕ ਹੁੰਦਾ ਇਹ ਸਰੀਰ ਦਾ ਸੌਣਾ ਤੇ ਮਨ ਦਾ ਜਾਗਣਾ। ਹੁਣ ਇੱਥੇ ਜਿਵੇਂ ਆਪਾਂ ਸਿਮਰਨ ਕਰਦੇ ਜਾਵਾਂਗੇ, ਮਨ ਸਹਿਜ ਵਿੱਚ ਜਾਏਗਾ ਔਰ ਸਰੀਰ ਸੌਂਦਾ ਜਾਏਗਾ। ਬਹੁਤੇ ਜੀਵ ਸਰੀਰ ਨੂੰ ਜਗਾ ਕੇ ਭਗਤੀ ਕਰਦੇ ਆ, ਲੇਕਿਨ ਮਨ ਨੂੰ ਨਹੀਂ ਜਗਾਉਂਦੇ। ਇਹ ਉਲਟ ਖੇਲ ਹੈ। ਜਦੋਂ ਮਨ ਸਰੀਰ ਦੇ ਵਿੱਚ ਆਉਂਦਾ ਵਾ ਤੇ ਪੌਣ ਦੇ ਸੰਪਰਕ 'ਚ ਆ ਜਾਂਦਾ, ਪੌਣ ਵਿੱਚ ਆ ਕੇ ਤ੍ਰੈ ਗੁਣ ਪੈਦਾ ਹੋ ਜਾਂਦੇ ਨੇ ਤੇ ਤ੍ਰੈ ਗੁਣਾਂ ਦੇ ਵਿੱਚ ਆ ਕੇ ਮਨ ਸੌਂ ਜਾਂਦਾ ਵਾ। ਹੁਣ ਮਨ ਜਦੋਂ ਸੌਂ ਗਿਆ ਤੇ ਇਹ ਸਰੀਰ ਨੂੰ, ਇਹਦੀਆਂ ਗਿਆਨ ਇੰਦਰੀਆਂ ਨੂੰ ਇਹ ਪੰਜ ਜਣੇ ਕਾਬੂ ਕਰ ਲੈਂਦੇ ਆ ਤੇ ਮਨ ਤੇ ਭਗਤੀ ਨਹੀਂ ਕਰਦਾ। ਭਗਤੀ ਤਾਂ ਮਨ ਨੇ ਕਰਨੀ ਸੀ ਤੇ ਉਹ ਸੌਂ ਗਿਆ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਰ। ਇਸ ਗ੍ਰਹਿ में ਕੋਈ ਜਾਗਤ ਰਹੇ, ਸਾਬਤ ਵਸਤ ਸੋ ਆਪਣੀ ਲਹੇ। ਤੇ ਮਨ ਤਾਂ ਆ ਕੇ ਸੌਂ ਗਿਆ, ਤੇ ਜਦੋਂ ਮਨ ਸੌਂ ਗਿਆ ਤੇ ਉਹਦੀਆਂ ਗਿਆਨ ਇੰਦਰੀਆਂ ਵੀ ਸੌਂ ਗਈਆਂ, ਤੇ ਜਦੋਂ ਗਿਆਨ ਇੰਦਰੀਆਂ ਸੌਂ ਗਏ ਤੇ ਸਰੀਰ ਦੇ ਉੱਪਰ ਕਬਜ਼ਾ ਹੋ ਗਿਆ, ਇਹ ਕਾਲ ਦਾ ਪੰਜਾਂ ਦਾ ਕਬਜ਼ਾ ਹੋ ਗਿਆ ਤੇ ਮਨ ਨੂੰ ਉਹ ਭਗਤੀ ਨਹੀਂ ਕਰਨ ਦਿੰਦੇ। ਹੁਣ ਭਗਤੀ ਕਦੋਂ ਸ਼ੁਰੂ ਹੋਣੀ ਹੈ? ਜਦੋਂ ਮਨ ਇਹਨਾਂ ਤ੍ਰੈ ਗੁਣਾਂ ਤੋਂ ਅਤੀਤ ਹੋ ਗਿਆ। ਤੇ ਜਦੋਂ ਐਸਾ ਅਭਿਆਸ ਕਰਦੇ ਕਰਦੇ ਮਨ ਇਸ ਆਵਾਜ਼ ਨੂੰ ਸੁਣਦਾ ਰਿਹਾ, ਹੌਲੀ ਹੌਲੀ ਉਹ ਤ੍ਰੈ ਗੁਣਾਂ ਨੂੰ ਛੱਡਦਾ ਜਾਏਗਾ ਤੇ ਜਾਗਤ ਅਵਸਥਾ ਦੇ ਜਾਏਗਾ। ਉਸ ਨੂੰ ਪਾਤਸ਼ਾਹ ਕਹਿੰਦੇ ਨੇ, ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ। ਐਸਾ ਅਭਿਆਸ ਕਰਦਿਆਂ ਐਸਾ ਖੁਮਾਰੀ ਜੀ ਚੜ੍ਹਨ ਲੱਗ ਜਾਏਗੀ, ਨੀਂਦ ਆਉਣ ਲੱਗ ਪਈ ਤਾਂ ਘਬਰਾਉਣਾ ਨਹੀਂ। ਨੀਂਦ ਆਏਗੀ, ਪਹਿਲੀ ਅਵਸਥਾ ਸੌਣਾ ਹੀ ਹੁੰਦਾ ਵਾ, ਨੀਂਦ ਵਿੱਚ ਜਾਣਾ। ਜਿਵੇਂ ਜਿਵੇਂ ਨੀਂਦ ਆਉਂਦਾ, ਸਰੀਰ ਢਿੱਲਾ ਪੈਂਦਾ ਜਾਵੇ ਤੇ ਆਪਣਾ ਜਿਹੜਾ ਧਿਆਨ ਆ ਉਹ ਅਸੀਂ ਇੱਥੇ ਨਾਭ ਘਾਟ ਦੇ ਉੱਪਰ ਟਿਕਾ ਦੇਣਾ ਹੁੰਦਾ। ਜਿਵੇਂ ਜਿਵੇਂ ਧਿਆਨ ਨਾਭੀ ਦੇ ਉੱਪਰ ਟਿਕਾਈ ਜਾਵਾਂਗੇ, ਸਰੀਰ ਦਾ ਚੇਤਾ ਭੁੱਲਦਾ ਜਾਏਗਾ, ਧਿਆਨ ਇੱਕ ਪੁਆਇੰਟ ਤੇ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਨਾਭ ਪਵਨ ਕਰ ਆਸਣ ਬੈਸੇ। ਜਦੋਂ ਇੱਥੇ ਲਿਆ ਕੇ ਧਿਆਨ ਇੱਕਦਮ ਸਾਡਾ ਟਿਕਣਾ ਸ਼ੁਰੂ ਹੋ ਜਾਏਗਾ
इधरों शरीर का चेता भुलन लग जाएगा, तो उधरों जिवें एक ध्यान साडा इकट्ठा हो गया तो नाव काट ते बैठिया बैठिया अंदरों उसनूं शब्द सुनाई देन लग जाएगा। वो जो शब्द अपने सारिਆਂ ਦੇ अंदर गुप्त है, जिस नालों साडी लिव टुटी है सारिਆਂ ਦੀ, जिस नूं महाराज गुरबाणी समझाउंदे आ, जीआं अंदर जियो शब्द है, जित सहो मिलावा होए, बिन शब्दे जग हनेर है, शब्दे प्रगट होए। ਜਦੋਂ ਆਪਾਂ ਅੰਤਰਗਤ ਚਲੇ ਗਏ, ਸਹਿਜ ਵਿੱਚ ਜਾ ਕੇ ਧਿਆਨ ਟਿਕਿਆ, ਤਾਂ ਉੱਥੋਂ ਸ਼ਬਦ ਦੀ ਆਵਾਜ਼ ਸੁਣੇਗੀ ਤੁਹਾਨੂੰ। ਉਹ ਜੋ ਸ਼ਬਦ ਦੀ ਆਵਾਜ਼ ਸੁਣੇਗੀ, ਉਹ ਲਗਾਤਾਰ ਉਹਦੇ ਵਿੱਚ ਧਿਆਨ ਰੱਖਦੇ ਜਾਣਾ। ਉਹ ਸ਼ਬਦ ਜੋ ਪ੍ਰਗਟ ਹੋਏਗਾ ਉਹ ਹੈ ਨਿਰੰਕਾਰ ਦੇ ਮੁਖ ਦੀ ਆਵਾਜ਼, ਕਿਉਂਕਿ ਉੱਥੇ ਜਿਹੜਾ ਸ਼ਬਦ ਹੈ ਇਧਰੋਂ ਆਪਣੀ ਭਾਸ਼ਾ ਤੇ ਖਤਮ ਹੋ ਗਈ, ਤਾਂ ਉਹ ਜਿਹੜਾ ਸ਼ਬਦ ਪ੍ਰਗਟ ਹੋਇਆ ਉਹ ਮਾਲਕ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਿਹਾ। ਤੇ ਜੋ ਮਾਲਕ ਦੇ ਮੁਖ ਵਿੱਚੋਂ ਪ੍ਰਗਟ ਹੋ ਰਿਹਾ ਸ਼ਬਦ, ਉਹਨੂੰ ਬਾਣੀ 'ਚ ਕਹਿੰਦੇ ਨੇ ਸਹਿਜ ਧੁਨ। ਜਿਸ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਉਹ ਜਿਹੜੀ ਸਹਿਜ ਵਿੱਚ ਜਾ ਕੇ ਜਿਹੜੀ ਧੁਨ ਪੈਦਾ ਹੋਈ ਨਾ, ਅਨਹਦ ਧੁਨ, ਉਹਨੂੰ ਸਹਿਜ ਧੁਨ ਦਾ ਨਾਮ ਦਿੱਤਾ। ਤੇ ਜਦੋਂ ਉਸ ਧੁਨ ਬਾਣੀ ਦੇ ਨਾਲ, ਉਹ ਧੁਨਾਤਮਿਕ ਸ਼ਬਦ ਦੇ ਨਾਲ, ਉਹ ਅਨਹਦ ਧੁਨਾਂ ਦੇ ਨਾਲ ਇਹ ਜਦੋਂ ਸਾਡਾ ਧਿਆਨ ਜੁੜਿਆ, ਸ਼ਬਦ ਨਾਲ ਜੁੜਿਆ, ਸਹਿਜ ਧੁਨ ਨੂੰ ਸੁਣਨਾ ਸ਼ੁਰੂ ਕੀਤਾ, ਤੇ ਉੱਥੋਂ ਇਹਦੀ ਭਗਤੀ ਸ਼ੁਰੂ ਹੋ ਗਈ। ਜਿਵੇਂ ਜਿਵੇਂ ਉਸ ਸ਼ਬਦ ਨੂੰ ਸੁਣੀ ਜਾਏਗਾ, ਉਸ ਅਵਸਥਾ ਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ। ਉਹ ਜੋ ਸ਼ਬਦ ਆ ਉਹ ਮਾਲਕ ਦੇ ਮੁਖ ਵਿੱਚੋਂ ਪ੍ਰਗਟ ਹੋ ਰਿਹਾ ਤੇ ਪਰਮਾਤਮਾ ਬਕਦਾ ਆ, ਉੱਥੇ ਬੋਲਦਾ ਆ। ਬਕਤਾ ਤੋਂ ਭਾਵ ਬੋਲਦਾ। ਉੱਥੇ ਫਿਰ ਅਸੀਂ ਬੋਲਣਾ ਬੰਦ ਕਰ ਦੇਣਾ, ਤੇ ਇਹ ਮਨ ਬੋਲਣਾ ਬੰਦ ਕਰ ਦਿੱਤਾ, ਵਿਚਾਰ ਖਤਮ ਹੋ ਗਏ, ਤੇ ਉੱਥੋਂ ਸ਼ਬਦ ਪ੍ਰਗਟ ਹੋਇਆ। ਸ਼ਬਦ ਸਤ ਸਤ ਪ੍ਰਭ ਬਖਤਾ, ਪ੍ਰਭੂ ਬਖਤਾ ਹੋ ਗਿਆ। ਸੁਰਤ ਸਤ ਸਤ ਜਸ ਸੁਣਤਾ, ਇਹ ਜਿਹੜਾ ਮਨ ਆ, ਸੁਰਤ ਆ, ਇਹ ਉਸ ਨੂੰ ਸੁਣਨ ਲੱਗ ਪਈ। ਜਦੋਂ ਮਾਲਕ ਦੇ ਮੁਖ ਵਿੱਚੋਂ ਨਿਕਲੀ ਹੋਈ ਆਵਾਜ਼ ਨੂੰ ਮਨ ਸੁਣੇਗਾ, ਇਹ ਸੁਰਤ ਸੁਣੇਗੀ, ਉਥੋਂ ਫਿਰ ਪਿਆਰ ਪੈਣਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਹੁਣ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਹਾਂ, ਕੋਈ ਬੋਲ ਰਿਹਾ ਵਾ, ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਤੇ ਤੁਸੀਂ ਉਹਦੀ ਗੱਲ ਵੱਲ ਜੇ ਧਿਆਨ ਹੀ ਨਾ ਦਿਓਗੇ ਤੇ ਤੁਹਾਡਾ ਪਿਆਰ ਕਿਵੇਂ ਪਏਗਾ। ਤੇ ਜੇ ਤੁਹਾਡਾ ਪਿਆਰ ਹੈ, ਕੋਈ ਥੋੜਾ ਜਿਹਾ ਬੋਲੇਗਾ, ਤੁਸੀਂ ਧਿਆਨ ਨਾਲ ਸੁਣੋਗੇ, ਉਹ ਕਹੇਗਾ ਮੇਰੀ ਬੜੀ ਗੱਲ ਪਿਆਰ ਨਾਲ ਸੁਣ ਰਿਹਾ। ਇਸੇ ਤਰ੍ਹਾਂ ਹੁਣ ਜਿਹੜੀ ਭਗਤੀ ਆ, ਇਹ ਪਰਮਾਤਮਾ ਨਾਲ ਪਿਆਰ ਆ। ਤੇ ਜਿੰਨੀ ਦੇਰ ਤੱਕ ਅਸੀਂ ਤ੍ਰੈ ਗੁਣਾਂ ਦੇ ਵਿੱਚ ਹੁੰਦੇ ਆ, ਤੇ ਉਹ ਪਰਮਾਤਮਾ ਬੋਲੀ ਜਾ ਰਹੇ ਨੇ ਲਗਾਤਾਰ, ਤੇ ਅਸੀਂ ਸੁਣਦੇ ਹੀ ਕੋਈ ਨਹੀਂ, ਅਸੀਂ ਉਹਨਾਂ ਦੀ ਆਵਾਜ਼ ਵੱਲ ਧਿਆਨ ਹੀ ਨਹੀਂ ਦਿੰਦੇ। ਤੇ ਸਾਡੇ ਮਨ ਦੀ ਅਵਸਥਾ ਕੀ ਹੁੰਦੀ ਉਸ ਵਕਤ? ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਘਚੋਲਾ। ਅੰਦਰ ਵਿਚਾਰ ਫੁਰਨੇ ਹੀ ਇੰਨੇ ਚੱਲ ਰਹੇ ਹੁੰਦੇ, ਸ਼ਬਦ ਦਾ ਸੁਣਾਈ ਨਹੀਂ ਦੇ ਰਿਹਾ ਜੀਵਨ, ਆਪਣਾ ਹੀ ਰਾਮ ਰੌਲਾ ਪਿਆ ਹੁੰਦਾ ਇੱਧਰ। ਤੇ ਜਦੋਂ ਉਹ ਸਹਿਜ ਵਿੱਚ ਚਲੇ ਗਏ, ਮਾਲਕ ਦੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਨੂੰ ਸੁਣਨ ਲੱਗ ਪਿਆ, ਤੇ ਉਹ ਆਂਦੇ ਨੇ ਉੱਥੋਂ ਭਗਤੀ ਸ਼ੁਰੂ ਹੋ ਗਈ, ਪਿਆਰ ਪੈਣਾ ਸ਼ੁਰੂ ਹੋ ਗਿਆ। ਉਸ ਅਵਸਥਾ ਨੂੰ ਮਹਾਰਾਜ ਕਹਿੰਦੇ ਨੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਉਥੋਂ ਗੁਰਮੁਖ ਦੀ ਭਗਤੀ ਸ਼ੁਰੂ ਹੋ ਗਈ, ਜਿੱਥੋਂ ਸਹਿਜ ਧੁਨ ਪ੍ਰਗਟ ਹੋਈ। ਹੁਣ ਸਹਿਜ ਧੁਨ ਵਿੱਚ ਧਿਆਨ ਰੱਖ ਕੇ ਉਹਨੂੰ ਜਦੋਂ ਆਪਾਂ ਸੁਣ ਰਹੇ ਹੁੰਦੇ ਆ, ਤੇ ਪਿਆਰ ਪੈ ਰਿਹਾ ਵਾ। ਉਸ ਨੂੰ ਹੀ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਵਾ, ਹਰ ਭਗਤ ਹਰ ਕਾ ਪਿਆਰ ਹੈ। ਭਗਤੀ ਤੋਂ ਭਾਵ ਕੀ ਆ? ਪਰਮਾਤਮਾ ਦੇ ਨਾਲ ਪਿਆਰ ਕਰਨਾ। ਹੁਣ ਗੁਰਮੁਖਾਂ ਨੇ ਵਿਚਾਰ ਕੀਤੀ, ਗੁਰਮੁਖਾਂ ਨੇ ਖੋਜ ਕੀਤੀ ਵੀ ਇੱਥੇ ਜਾ ਕੇ ਪਰਮਾਤਮਾ ਦੇ ਨਾਲ ਪਿਆਰ ਪੈ ਸਕਦਾ ਵਾ, ਤੇ ਮਾਇਆ ਦੇ ਵਿੱਚ ਤੇ ਪਿਆਰ ਪੈ ਹੀ ਨਹੀਂ ਸਕਦਾ। ਇਸ ਕਰਕੇ ਫਿਰ ਉਹਨਾਂ ਨੇ ਬਾਣੀ ਦੁਆਰਾ ਸਾਨੂੰ ਸਮਝਾਇਆ ਤੇ ਕਿਹਾ, ਹਰ ਭਗਤ ਹਰ ਕਾ ਪਿਆਰ ਹੈ। ਜੇ ਗੁਰਮੁਖ ਕਰੇ ਵਿਚਾਰ, ਪਖੰਡ ਭਗਤ ਨਾ ਹੋਵਈ, ਦੁਬਦਾ ਬੋਲ ਖਵਾਰ, ਸੋ ਜਨ ਰਲਾਇਆ ਨਾ ਰਲੇ।
जिस अंदर विवेक विचार। ਹੁਣ ਜਦੋਂ ਉਹ ਭਗਤੀ ਤੇ ਚਲਾ ਗਿਆ, ਭਗਤੀ ਦੇ ਨਾਲ ਉਹਦੀ ਲਿਵ ਜੁੜ ਗਈ, ਭਗਤੀ ਸ਼ੁਰੂ ਹੋ ਗਈ, ਤਾਂ ਉਸ ਵਕਤ ਪਿਆਰ ਪੈਣਾ ਸ਼ੁਰੂ ਹੋ ਗਿਆ। ਜਦੋਂ ਪਿਆਰ ਪੈਣਾ ਸ਼ੁਰੂ ਹੋ ਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਉਸ ਵਕਤ ਜਦੋਂ ਮਨ ਉਸ ਸ਼ਬਦ ਦੀ ਧੁਨ ਨੂੰ ਪਕੜਦਾ ਹੈ, ਉਹਦੇ ਨਾਲ ਪਿਆਰ ਪਾ ਰਿਹਾ ਹੁੰਦਾ ਆ, ਤੇ ਮਾਲਕ ਖੁਸ਼ ਹੋ ਰਹੇ ਨੇ, ਤੇ ਉਸ ਨੂੰ ਫਿਰ ਭਗਤ ਕਹਿੰਦੇ ਨੇ। ਤੇ ਜਿਹੜਾ ਭਗਤ ਆ ਉਹਦਾ ਫਿਰ ਰਸਤਾ ਸੰਸਾਰ ਨਾਲੋਂ ਵੱਖਰਾ ਹੁੰਦਾ। ਤੇ ਮਹਾਰਾਜ ਕਹਿੰਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਓ। ਜਿਹੜਾ ਹੁਣ ਮਨ ਤ੍ਰੈ ਗੁਣਾਂ ਦੇ ਵਿੱਚ ਆ, ਉਹ ਦੁਨਿਆਵੀ ਤੌਰ ਤੇ ਚੱਲਦਾ ਆ, ਉਹ ਦੁਬਦਾ ਤੇ ਈਰਖਾ ਦੇ ਬਚਨ ਸੁਣਦਾ ਆ। ਤੇ ਜਿਹੜਾ ਗੁਰਮੁਖ ਆ, ਚੌਥੇ ਪਦ ਵਿੱਚ ਚਲਾ ਗਿਆ, ਭਗਤੀ ਸ਼ੁਰੂ ਹੋ ਗਈ, ਉਹਦਾ ਇਹਦੇ ਨਾਲ ਜੋੜ ਕੋਈ ਨਹੀਂ, ਕਿਉਂਕਿ ਉਹਦਾ ਰਸਤਾ ਵੱਖਰਾ ਹੋ ਗਿਆ। ਤੇ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤਾ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਹੁਣ ਭਗਤਾਂ ਦੀ ਜਿਹੜਾ ਰਸਤਾ ਵਾ, ਉਹ ਹੁਣ ਸੰਸਾਰ ਨਾਲ ਵੱਖਰਾ। ਭਗਤਾਂ ਨੇ ਹੁਣ ਸਹਿਜ ਦੇ ਵਿੱਚ ਜਾ ਕੇ ਅੰਦਰ ਜਿਹੜਾ ਬੈਠਾ ਹੋਇਆ ਮਾਲਕ ਸੀ, ਜੋ ਉਹਦੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਜਿਹੜੀ ਧੁਨ ਸੀ, ਉਹ ਸ਼ਬਦ ਸੀ, ਉਹਦੇ ਨਾਲ ਉਹਨਾਂ ਨੇ ਆਪਣਾ ਧਿਆਨ ਜੋੜ ਲਿਆ, ਤੇ ਉੱਥੋਂ ਉਹਨਾਂ ਦੀ ਭਗਤੀ ਸ਼ੁਰੂ ਹੋ ਗਈ। ਹੁਣ ਉਹ ਜਦੋਂ ਅਸੀਂ ਉਸ ਸ਼ਬਦ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਸ਼ਬਦ ਨੂੰ ਪਕੜ ਲਿਆ, ਮਾਲਕ ਦੇ ਮੁਖ ਚੋਂ ਨਿਕਲੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਉਸੇ ਭਗਤੀ ਨੂੰ ਹੀ ਅੱਗੇ ਜਾ ਕੇ ਮਹਾਰਾਜ ਨੇ ਗੁਰੂ ਦੀ ਸੇਵਾ ਦਾ ਨਾਮ ਦਿੱਤਾ ਹੈ, ਗੁਰ ਸੇਵਾ। ਉਹ ਸ਼ਬਦ ਗੁਰੂ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਸ਼ਬਦ ਜਿਹੜਾ ਅੰਦਰ ਚੱਲ ਰਿਹਾ, ਜਦੋਂ ਮਨ ਉਹਦੀ ਸ਼ਰਨ ਵਿੱਚ ਚਲਾ ਗਿਆ, ਤੇ ਉੱਥੇ ਜਾ ਕੇ ਸੇਵਾ ਸ਼ੁਰੂ ਹੋ ਗਈ। ਸ਼ਬਦ ਨੂੰ ਸੁਣਨਾ, ਭਗਤੀ, ਉਹ ਸੇਵਾ ਹੈ। ਤੇ ਪਾਤਸ਼ਾਹ ਸਮਝਾਉਂਦੇ ਨੇ, ਗੁਰ ਸੇਵਾ ਗੁਰ ਭਗਤ ਹੈ, ਵਿਰਲਾ ਬੁੱਝੇ ਕੋਈ। ਹੁਣ ਇਸ ਭਗਤੀ ਨੂੰ ਕੋਈ ਵਿਰਲਾ ਵਿਰਲਾ ਬੁੱਝੇਗਾ। ਬਾਹਰ ਦਾ ਸੰਸਾਰ ਦੇ ਵਿੱਚ ਆਪਾਂ ਜੋ ਦੇਖਾਂਗੇ, ਤੇ ਬਹੁਤ ਸਾਰੇ ਜੀਵ ਮਿਲ ਜਾਣਗੇ ਬਾਹਰ ਮੁਖੀ, ਪਰ ਸ਼ਬਦ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਵਾਲਾ ਜੀਵ ਜਿਹੜਾ ਆ, ਉਹ ਵਿਰਲਾ ਹੀ ਤੁਹਾਨੂੰ ਮਿਲੇਗਾ। ਤੇ ਜਿਹੜਾ ਉੱਥੇ ਜਾ ਕੇ ਉਸ ਸ਼ਬਦ ਗੁਰੂ ਦੇ ਸ਼ਰਨ ਵਿੱਚ ਚਲਾ ਗਿਆ, ਉਹਦੇ ਚਰਨਾਂ ਨਾਲ ਲਿਵ ਜੋੜ ਲਈ ਸ਼ਬਦ ਗੁਰੂ ਦੇ ਨਾਲ, ਉਹ ਭਗਤੀ ਸ਼ੁਰੂ ਹੋ ਗਈ ਉਸਦੀ। ਉਸੇ ਨੂੰ ਮਹਾਰਾਜ ਫਿਰ ਬਾਣੀ 'ਚ ਕਹਿੰਦੇ ਨੇ, ਗੁਰ ਸੇਵਾ ਗੁਰ ਭਗਤ ਹੈ, ਵਿਰਲਾ ਬੂਝੇ ਕੋਈ। ਵਿਰਲਾ ਵਿਰਲਾ ਜਿਹੜਾ ਮਨ ਆ, ਉਹ ਸ਼ਬਦ ਗੁਰੂ ਦੀ ਸ਼ਰਨ ਵਿੱਚ ਆਉਂਦਾ, ਉੱਥੇ ਉਹ ਸੇਵਾ ਕਰਦਾ। ਤੇ ਸੇਵਾ ਕਿਵੇਂ ਹੋ ਰਹੀ ਆ? ਉਹ ਸ਼ਬਦ ਨੂੰ ਸੁਣਨਾ, ਵਾਰ-ਵਾਰ ਉਹਦੇ ਵਿੱਚ ਧਿਆਨ ਲਾਉਣਾ। ਉਸ ਅਵਸਥਾ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖ ਉੱਥੇ ਸੇਵਾ ਕਰਦੇ ਨੇ। ਤੇ ਸੇਵਾ ਕਿਹੜੀ ਕਰਦੇ ਨੇ? ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਓ ਤਿਸ ਆਗੇ ਤਰੇ, ਸਾਹਿਬ ਭਾਵੇ ਸੋ ਪ੍ਰਵਾਨ, ਸੋ ਸੇਵਕ ਦਰਗੇ ਪ੍ਰਵਾਨ। ਹੁਣ ਜਦੋਂ ਉਸ ਸ਼ਬਦ ਨੂੰ ਵਾਰ-ਵਾਰ ਲਗਾਤਾਰ ਸ਼ਰਨ ਦੇ ਵਿੱਚ ਦਰ ਤੇ ਬੈਠ ਕੇ ਸੁਣੀ ਜਾ ਰਿਹਾ ਮਨ, ਤੇ ਨਿਰੰਕਾਰ ਮਾਲਕ ਅੰਦਰ ਬੈਠੇ ਦੇਖ ਰਹੇ ਨੇ ਕਿ ਮਨ ਬੱਚਾ ਹੁਣ ਕਿੰਨੀ ਦੇਰ ਤੱਕ ਉਸ ਸ਼ਬਦ ਗੁਰੂ ਦੀ ਸ਼ਰਨ ਦੇ ਵਿੱਚ ਰਹਿੰਦਾ ਵਾ। ਹੁਣ ਮਾਲਕ ਦੇਖ ਰਿਹਾ ਆਪਾਂ ਨੂੰ, ਹੁਣ ਜਿੰਨਾ ਵੀ ਸੰਸਾਰ ਉਹਨਾਂ ਨੇ ਪੈਦਾ ਕੀਤਾ ਸਾਰਿਆਂ ਨੂੰ ਦੇਖ ਰਿਹਾ। ਕਿਸ ਅਵਸਥਾ ਦੇ ਵਿੱਚ ਦੇਖ ਰਹੇ ਨੇ? ਮਹਾਰਾਜ ਕਹਿੰਦੇ, ਸਾਜਨ ਮੀਤ ਸੁਆਮੀ ਨੇਰੋ। ਜੋ ਮਾਲਕ ਹੈ, ਸੱਚ ਹੈ, ਪਰਮਾਤਮਾ ਸਾਡੇ ਨੇੜੇ ਦੇਖ ਰਹੇ ਨੇ ਸਾਨੂੰ। ਭੇਖਤ ਸੁਣਤ ਸਭਨ ਕੇ ਸੰਗੇ, ਥੁਰੇ ਕਾਜ ਬੁਰਾ ਕਿਉ ਥੁਰੇ। ਹੁਣ ਦੇਖ ਰਿਹਾ ਜੇ ਕੋਈ ਬੁਰਾ ਕਾਰਜ ਨਾਲ ਪੰਜਾਂ ਦੂਤਾਂ ਦੇ ਰਲ ਕੇ ਕਰ ਰਿਹਾ, ਜਾਂ ਉਹ ਦਰ ਤੇ ਬੈਠਾ ਹੋਇਆ। ਹੁਣ ਦੇਖ ਰਹੇ ਨੇ ਵੀ ਗੁਰਮੁਖ ਦਰ ਤੇ ਬੈਠੇ ਹੋਏ ਸ਼ਬਦ ਗੁਰੂ ਦੀ ਸ਼ਰਨ ਦੇ ਵਿੱਚ ਨੇ, ਤੇ ਸੇਵਾ ਕਰ ਰਹੇ ਨੇ, ਤੇ ਅੰਦਰ ਬੈਠੇ ਦੇਖਦੇ ਨੇ। ਹੁਣ ਜਦੋਂ ਉਹਨਾਂ ਨੂੰ ਪ੍ਰਤੀਤ ਆ ਜਾਂਦੀ ਹੈ ਸਾਡੇ ਉੱਪਰ, ਮਨ ਬੱਚੇ ਦੇ ਉੱਪਰ, ਵੀ ਇਹ ਭਗਤੀ ਕਰਦਾ ਪਿਆ, ਤੇ ਇਹ ਹੁਣ ਦਰ ਛੱਡ ਕੇ ਨਹੀਂ ਜਾਂਦਾ। ਤੇ ਦਰ ਛੱਡ ਕੇ ਨਹੀਂ ਜਾਏਗਾ, ਪੂਰੇ ਗੁਰੂ ਨੇ ਉਹਦਾ ਉੱਥੇ ਆਸਣ ਲਵਾ ਦੇਣਾ ਹੁੰਦਾ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੁੰਦੀ ਹੈ। ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ, ਜਿਹੜਾ ਗੁਰੂ ਪੂਰਾ ਹੈ ਨਾ,
सो गुरु करो जो साच दृढ़ावै, अकथ कथावे शब्द मिलाए। जिस तरह ਆਪਾਂ ਨੂੰ ਗੁਰਬਾਣੀ ਗੁਰੂ ਨੇ ਭੇਦ ਦੇ ਦਿੱਤਾ ਵੀ ਇੱਥੇ ਸ਼ਬਦ ਚਾਰੇ ਤੇ ਇੱਥੇ ਭਗਤੀ ਸ਼ੁਰੂ ਹੋ ਗਈ ਜਾ ਕੇ ਤੁਹਾਡੀ। ਤੇ ਜਦੋਂ ਅਸੀਂ ਉੱਥੇ ਜਾ ਕੇ ਆਸਣ ਲਾ ਕੇ ਬੈਠ ਗਏ ਤੇ ਉਹ ਦਰ ਨਹੀਂ ਛੱਡਣਾ ਹੁੰਦਾ, ਉਸ ਦਰ ਦੇ ਉੱਪਰ ਬੈਠੇ ਰਹਿਣਾ ਹੁੰਦਾ। ਇਸ ਅਵਸਥਾ ਦੇ ਵਿੱਚ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪ੍ਰਸਾਦ। ਉਸ ਦਰ ਦੇ ਉੱਪਰ ਉਸ ਕੂਕਰ ਦੀ ਤਰ੍ਹਾਂ ਬੈਠੇ ਰਹਿਣਾ ਵੀ ਜਿਸ ਤਰ੍ਹਾਂ ਕੂਕਰ ਉਹ ਮਾਲਕ ਦਾ ਦਰ ਨਹੀਂ ਛੱਡਦਾ। ਇਸੇ ਤਰ੍ਹਾਂ ਮਹਾਰਾਜ ਨੇ ਫਿਰ ਦੱਸਿਆ ਵੀ ਜਦੋਂ ਉੱਥੇ ਭਗਤੀ ਤੇ ਚਲੇ ਗਏ ਉਹ ਦਰ ਦੇ ਉੱਪਰ ਉਸ ਸ਼ਬਦ ਨੂੰ ਸੁਣਦੇ ਰਹਿਣਾ ਹੁੰਦਾ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਦੱਸਦੇ ਨੇ, ਕਹਿੰਦੇ ਪਿਛਲੇ ਜਨਮਾਂ 'ਚ ਅਸੀਂ ਭਗਤੀ ਤਾਂ ਕਰਦੇ ਸੀ ਪਰ ਸਾਨੂੰ ਦਰ ਨਹੀਂ ਸੀ ਲੱਭਦਾ, ਤੇ ਜੇ ਅਸੀਂ ਦਰ ਤੇ ਆਉਂਦੇ ਸੀ ਤੇ ਸਾਡਾ ਵਿਸ਼ਵਾਸ ਨਹੀਂ ਸੀ ਵੱਜਦਾ ਤੇ ਅਸੀਂ ਇਹ ਦਰ ਛੱਡ ਜਾਂਦੇ ਸੀ। ਤੁਹਾਡਾ ਪੂਰਵ ਜਨਮ ਹਮ ਤੁਮਰੇ ਸੇਵਕ, ਆਬ ਤੋਂ ਮੇਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ, ਮਾਥੇ ਮੇਰੇ ਦਗਾਈ। ਕਹਿੰਦੇ ਵੀ ਉੱਥੇ ਹੁਣ ਦਰ ਛੱਡ ਜਾਂਦੇ ਸੀ ਤੇ ਹੁਣ ਸਾਨੂੰ ਭੇਦ ਲੱਗ ਗਿਆ ਕਿ ਜਿਹੜੀ ਇਹ ਸਹਿਜ ਧੁਨ ਪ੍ਰਗਟ ਹੋ ਰਹੀ ਆ ਇਹ ਤੇਰੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਹੈ ਆਵਾਜ਼, ਤੇ ਅਸੀਂ ਇਹ ਦਰ ਨਹੀਂ ਛੱਡਾਂਗੇ, ਸਰੀਰ ਦਾ ਛੱਡ ਦਾਂਗੇ। ਤੇਰੇ ਦੁਆਰੇ ਧੁਨ ਸਹਿਜ ਕੀ, ਇਹ ਜਿਹੜੀ ਸਹਿਜ ਧੁਨ ਆ ਇਹ ਤੇਰੇ ਦਰ ਤੇ ਚੱਲਦੀ ਪਈ ਹੈ। ਮਾਥੇ ਮੇਰੇ ਦਗਾਈ, ਦਾਗੇ ਹੋਏ ਸੋ ਰਣ ਮੇ ਜੂਝੇ, ਜਿਨ੍ਹਾਂ ਦਾ ਇਸ ਸ਼ਬਦ ਨਾਲ ਪਿਆਰ ਪੈ ਗਿਆ ਉਹ ਤਾਂ ਹੁਣ ਇੱਥੇ ਯੁੱਧ ਕਰਨਗੇ ਪੂਰਾ, ਤੇ ਜਿਹੜੇ ਇੱਥੇ ਦਰ ਤੇ ਨਹੀਂ ਬੈਠੇ ਬਿਨ ਦਾਗੇ ਭਾਗ ਜਾਈ ਤੇ ਉਹ ਫੇਰ ਚਲੇ ਜਾਣਗੇ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਤੇ ਫੁਰਨਾ ਵਿੱਚ ਚਲੇ ਜਾਣਗੇ। ਹੁਣ ਬਹੁਤ ਸਾਰੇ ਆਪਾਂ ਦੇਖਦੇ ਹਾਂ ਜੀਵ ਥੋੜਾ ਚਿਰ ਚੱਲਦੇ ਨੇ, ਥੋੜਾ ਚਿਰ ਚੱਲੇ ਅੰਦਰੋਂ ਖਿੱਚ ਪੈ ਗਈ ਵੀ ਚਲੋ ਮਿਲੀਏ, ਥੋੜਾ ਚਿਰ ਅਭਿਆਸ ਕੀਤਾ ਬੈਠੇ ਫਿਰ ਵਿਚਾਰਾਂ ਵਿੱਚ ਚਲੇ ਗਏ, ਫਿਰ ਭੱਜ ਗਏ, ਫਿਰ ਦਰ ਛੱਡ ਜਾਂਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਕੱਚੇ ਹੁੰਦੇ ਨੇ ਕਿ ਉਹ ਇਸ ਦਰ ਤੇ ਇੰਤਜ਼ਾਰ ਨਹੀਂ ਕਰਦੇ, ਉਹ ਚਾਹੁੰਦੇ ਨੇ ਕੋਈ ਛੇਤੀ ਛੇਤੀ ਸਾਡੇ ਕੋਲ ਕਲਾ ਆ ਜਾਏ, ਕੋਈ ਸ਼ਕਤੀ ਆ ਜਾਏ, ਕੋਈ ਰਿਧੀਆਂ ਸਿੱਧੀਆਂ ਆ ਜਾਣ, ਕਿਉਂਕਿ ਉਹਨਾਂ ਦਾ ਪਰਮਾਤਮਾ ਨਾਲ ਪਿਆਰ ਨਹੀਂ। ਜ਼ਿਆਦਾਤਰ ਜੀਵ ਭਗਤੀ ਕਰਦੇ ਨੇ ਦੁਨਿਆਵੀ ਕਾਰਜਾਂ ਵਾਸਤੇ, ਵੀ ਦੁਨਿਆਵੀ ਕਰਮ ਦੇ ਨਾਲ ਜੁੜੇ ਹੁੰਦੇ ਨੇ। ਉਹ ਚਾਹੁੰਦੇ ਨੇ ਸਾਡੇ ਕੋਲ ਬਚਨ ਸਿੱਧ ਹੋ ਜਾਣ ਮੁੱਖ ਦੇ ਵਿੱਚ। ਇੱਥੇ ਜ਼ਿਆਦਾਤਰ ਜਿਹੜੇ ਬਹੁਤ ਸਾਰੇ ਜੀਵ ਇੱਥੋਂ ਫਿਰ ਰਸਤਾ ਛੱਡ ਜਾਂਦੇ ਨੇ ਜਾਂ ਮਾਇਆ ਉਹਨਾਂ ਨੂੰ ਛਡਾ ਦਿੰਦੀ। ਆਪਾਂ ਹੁਣ ਭਗਤੀ ਇਸ ਕਰਕੇ ਕਰਦੇ ਹਾਂ ਵੀ ਅਸੀਂ ਪਾਰ ਬ੍ਰਹਮ ਦੇ ਨਾਲ ਮਿਲਾਪ ਕਰ ਸਕੀਏ, ਤੇ ਇਸ ਕਰਕੇ ਜਦੋਂ ਅਸੀਂ ਇਸ ਦਰ ਦੇ ਉੱਪਰ ਬੈਠੇ ਹਾਂ ਤੇ ਮਹਾਰਾਜ ਕਹਿੰਦੇ ਨੇ ਦਾਗੇ ਹੋਏ ਸੋ ਰਣ ਮੇ ਜੂਝੇ, ਬਿਨ ਦਾਗੇ ਭਾਗ ਜਾਈ, ਸਾਧੂ ਹੋਵੇ ਸੋ ਭਗਤ ਪਛਾਨੇ, ਹਰ ਲੈ ਕੇ ਜਾਣੇ ਪਾਏ। ਕਿ ਜਿਹੜਾ ਗੁਰ ਸਾਧੂ ਦੀ ਅਵਸਥਾ ਵਿੱਚ ਚਲਾ ਗਿਆ ਉੱਥੇ ਸਾਧੂ ਕਹਿੰਦੇ ਨੇ ਸਾਡੇ ਮਨ ਨੂੰ, ਤੇ ਸਾਧੂ ਉਸ ਦਰ ਤੇ ਬਹਿ ਗਿਆ ਜਿੱਥੇ ਇਹ ਸਹਿਜ ਧੁਨ ਚੱਲਦੀ ਪਈ ਹੈ, ਉਹ ਬਰੂਹਾਂ ਨੇ ਮਾਲਕ ਦੀਆਂ। ਉਸ ਦਰ ਤੇ ਬੈਠਾ ਹੋਇਆ ਤੇ ਕਹਿੰਦੇ ਹੁਣ ਮੈਂ ਦਰ ਨਹੀਂ ਛੱਡਦਾ ਜਿੰਨੀ ਦੇਰ ਤੱਕ ਤੂੰ ਮੈਨੂੰ ਅੰਦਰੋਂ ਵਸਤੂ ਨਹੀਂ ਦਿੰਦਾ, ਕਿਉਂਕਿ ਭਗਤੀ ਕਰਦਿਆਂ ਕਰਦਿਆਂ ਉਹਨੇ ਅਮਰ ਪਦ ਵੀ ਪ੍ਰਾਪਤ ਕਰਨੀ, ਤੇ ਜੋ ਮਾਲਕ ਨੇ ਅੰਦਰ ਨਿਜ ਘਰ ਦੇ ਵਿੱਚ ਉਹ ਵਸਤੂ ਅਨੂਪ ਵਸਤੂ ਰੱਖੀ ਉਹਨੂੰ ਪ੍ਰਾਪਤ ਕਰਨਾ। ਉਸ ਦਰ ਤੇ ਬੈਠ ਕੇ ਅਸੀਂ ਲਗਾਤਾਰ ਸ਼ਬਦ ਨੂੰ ਸੁਣੀ ਜਾਣਾ ਹੁੰਦਾ। ਇਸ ਕਰਕੇ ਬੇਨਤੀ ਹੈ ਜਿਹੜੇ ਗੁਰਮੁਖ ਅਭਿਆਸ ਕਰਨਗੇ, ਪ੍ਰੈਕਟੀਕਲ ਕਰਨਗੇ, ਉਹ ਨਾਲ ਨਾਲ ਵਿਚਾਰ ਕਰ ਲੈਣ, ਕਿਉਂਕਿ ਕਈ ਦਫਾ ਜੀਵ ਜਿਹੜੇ ਨੇ ਉਹਨਾਂ ਨੂੰ ਪੂਰਾ ਭੇਦ ਨਹੀਂ ਆਉਂਦਾ ਕਿ ਅਭਿਆਸ ਕਰਦਿਆਂ ਕਰਦਿਆਂ ਧਿਆਨ ਸਭ ਤੋਂ ਪਹਿਲਾਂ ਅੰਤਰਗਤ ਟਿਕਾਉਣਾ, ਸ਼ਬਦ ਪ੍ਰਗਟ ਹੋਵੇ ਤੇ ਫਿਰ ਧਿਆਨ ਉੱਪਰ ਲੈ ਕੇ ਜਾਣਾ। ਕਈ ਦਫਾ ਸਿੱਧਾ ਧਿਆਨ ਜੀਵ ਇੱਥੇ ਮਸਤਕ ਵਿੱਚ ਲਾਉਣਾ ਸ਼ੁਰੂ ਕਰ ਦਿੰਦੇ, ਜਿਸ ਕਰਕੇ ਉਹਨਾਂ ਦੇ ਸਿਰ ਦੇ ਉੱਪਰ ਭਾਰ ਪੈਣ ਲੱਗ ਪੈਂਦਾ ਜਾਂ ਉਹਨਾਂ ਦੇ ਤੱਤਾਂ ਦਾ ਪ੍ਰਕਾਸ਼ ਸ਼ੁਰੂ ਹੋ ਜਾਂਦਾ ਆ, ਇੱਥੋਂ ਰਸਤਾ ਬਦਲ ਜਾਂਦਾ। ਫਿਰ ਕਈਆਂ ਨੂੰ ਨੀਂਦ ਨਹੀਂ ਆਉਂਦੀ, ਦਿਮਾਗੀ ਸੰਤੁਲਨ ਵਿਗੜ ਜਾਂਦਾ ਆ। ਇਸ ਕਰਕੇ ਇਹ ਪ੍ਰੋਪਰ ਚੈਨਲ ਚੱਲਣਾ ਆ, ਗੁਰਬਾਣੀ ਦੇ ਦੁਆਰਾ ਵਿਚਾਰ ਕਰਦੇ ਹਾਂ ਜਾਂ ਕੋਈ ਗੁਰਮੁਖ ਜਿਹੜਾ ਪੂਰਾ ਅਭਿਆਸੀ ਹੋਵੇ, ਪ੍ਰੈਕਟੀਕਲ ਦੇ ਰਸਤੇ ਤੇ ਚੱਲ ਰਹੇ ਨੇ ਜਿਹੜੇ ਗੁਰਮੁਖ, ਉਹਨਾਂ ਦੇ ਨਾਲ ਸੰਪਰਕ ਕਰਕੇ ਫਿਰ ਇਸ ਭਗਤੀ ਮਾਰਗ ਤੇ ਚੱਲਣਾ। ਹੁਣ ਜਦੋਂ ਅਸੀਂ ਲਗਾਤਾਰ ਇਹ ਭਗਤੀ ਮਾਰਗ ਤੇ ਗੁਰਮੁਖ ਬੈਠੇ ਨੇ ਦਰ ਦੇ ਉੱਪਰ, ਉਹਨੂੰ ਕਹਿੰਦੇ ਨੇ ਸਾਧੂ ਹੋਵੇ ਸੋ ਭਗਤ ਪਛਾਣੇ। ਜਿਹੜਾ ਸਾਧੂ ਉਹਨੂੰ ਭਗਤੀ ਦੀ ਪਛਾਣ ਹੈ, ਉਹ ਦਰ ਤੇ ਬੈਠਾ ਰਹਿੰਦਾ, ਉਧਰ ਮਾਲਕ ਦੇਖ ਰਿਹਾ ਵੀ ਇਹ ਸੇਵਾ ਤੇ ਲੱਗਾ ਹੋਇਆ, ਦਰ ਨਹੀਂ ਛੱਡਦਾ, ਤੇ ਉਧਰ ਮਾਲਕ ਫਿਰ ਉਹਦੀ ਸੇਵਾ ਤੋਂ ਖੁਸ਼ ਹੋ ਜਾਂਦਾ, ਤੇ ਜਿਹਦੀ ਸੇਵਾ ਤੋਂ ਖੁਸ਼ ਹੋ ਗਿਆ ਉਹਨੂੰ ਫਿਰ ਦਰ ਖੋਲ ਕੇ ਅੰਦਰ ਬੁਲਾਉਂਦਾ।
ਜੋ ਜਨ ਗੁਰ ਕੀ ਸੇਵਾ ਕਰੇ, ਸੋ ਕਰਕੇ ਕੰਮ ਹਰ ਲਾਇਆ। ਉਥੋਂ ਹੀ, ਇਥੋਂ ਭਗਤੀ ਤੋਂ ਹੀ ਜਦੋਂ ਦਰ ਖੁੱਲਦਾ ਆ ਸ਼ਬਦ ਦੇ ਉੱਪਰ ਧਿਆਨ ਲਾਉਣ ਦੇ ਨਾਲ, ਤੇ ਇਥੋਂ ਫਿਰ ਮਨ ਨੂੰ ਘਰ ਵਿੱਚ ਬੁਲਾਉਂਦੇ ਆ। ਤੇ ਜਦੋਂ ਘਰ ਬੁਲਾਉਂਦੇ ਨੇ ਉੱਥੇ ਫਿਰ ਉਹਨੂੰ ਵਸਤੂ ਬਖਸ਼ਿਸ਼ ਕਰਦੇ ਨੇ, ਜਦੋਂ ਉਹਦੀ ਭਗਤੀ ਪੂਰੀ ਹੋ ਜਾਂਦੀ ਹੈ। ਤੇ ਕਿੱਥੇ ਬੁਲਾਉਂਦੇ ਆ? ਕੋਠ ਰਹਿ ਮੈਂ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸਮਾਰ। ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸਵਾਰ। ਜਦੋਂ ਉਹਨੂੰ ਬੁਲਾਉਂਦੇ ਨੇ ਉੱਥੇ ਅੰਦਰ, ਤੇ ਫਿਰ ਉੱਥੇ ਵਸਤੂ ਦਿੰਦੇ ਨੇ। ਉਹ ਫਿਰ ਆਪਾਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਮਨ ਉੱਥੇ ਪ੍ਰਵੇਸ਼ ਹੁੰਦਾ ਤੇ ਕਿਸ ਤਰ੍ਹਾਂ ਉਹਨੂੰ ਪ੍ਰਾਪਤ ਹੁੰਦੀ ਹੈ ਵਸਤੂ। ਤੇ ਉਨੀ ਦੇਰ ਤੱਕ ਆਪਾਂ ਕੋਸ਼ਿਸ਼ ਕਰਨੀ ਹੈ ਵੀ ਇਹ ਜਿਹੜੇ ਤ੍ਰੈ ਗੁਣ ਨੇ ਇਹਨਾਂ ਤੋਂ ਅਤੀਤ ਰਹਿਣਾ ਹੈ। ਤ੍ਰੈ ਗੁਣਾਂ ਤੋਂ ਅਤੀਤ ਰਹਿਣ ਵਾਸਤੇ ਆਪਾਂ ਨਿਰੰਤਰ ਸ਼ਬਦ ਦਾ ਅਭਿਆਸ ਕਰਨਾ ਹੈ। ਜਿਸ ਤਰ੍ਹਾਂ ਹੁਣ ਆਪਾਂ ਥੋੜਾ ਜਿਹਾ ਸਿਮਰਨ ਕਰਕੇ ਸਹਿਜ ਵਿੱਚ ਗਏ, ਹੁਣ ਜਦੋਂ ਤੁਸੀਂ ਦੁਨਿਆਵੀ ਕੋਈ ਕਰਮ ਕਰਨਾ ਹੈ ਤੇ ਦੁਨਿਆਵੀ ਜਦੋਂ ਕਰਮ ਕਰੋਗੇ ਨਾਲ ਨਾਲ ਸਿਮਰਨ ਕਰਨਾ, ਵੀ ਇਹ ਨਾ ਹੋਵੇ ਵੀ ਆਪਾਂ ਕਰਮ ਦੇ ਨਾਲ ਜੁੜ ਕੇ ਇੰਨਾ ਦੂਰ ਚਲੇ ਜਾਈਏ ਤੇ ਫਿਰ ਸਾਨੂੰ ਵਾਪਸ ਆਉਣ ਲੱਗਿਆ ਬੜਾ ਸਮਾਂ ਲੱਗੇ, ਕਿਉਂਕਿ ਅੱਗੇ ਆਪਾਂ ਦੂਰ ਚਲੇ ਗਏ ਭਗਤੀ ਤੋਂ, ਜਿਹਨੂੰ ਮਾਰੇ ਗੁਰਬਾਣੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਸੋ ਇਸ ਕਰਕੇ ਜਦੋਂ ਤੁਸੀਂ ਕਰਮ ਕਰਦੇ ਹੋ ਨਾਲ ਨਾਲ ਸ਼ਬਦ ਦਾ ਅਭਿਆਸ ਰੱਖੋ, ਸਿਮਰਨ ਰੱਖੋ। ਨਾਲ ਨਾਲ ਕਰਮ ਕਰ ਰਹੇ ਹੋ, ਨਾਲ ਨਾਲ ਵਾਹਿਗੁਰੂ ਵਾਹਿਗੁਰੂ, ਇਸ ਮਨ ਨੂੰ ਮੋੜ ਕੇ ਰੱਖਣਾ। ਇਹਨੂੰ ਮਾੜਾ ਵਿਚਾਰ ਨਹੀਂ ਆਉਣ ਦੇਣਾ, ਇਹਦੇ ਅੰਦਰ ਇਹ ਜਿਹੜੇ ਵਕਾਰ ਨਹੀਂ ਪੈਦਾ ਹੋਣ ਦੇਣੇ। ਇਹਨੂੰ ਲਗਾਤਾਰ ਇਸ ਮਨ ਨੂੰ ਮੋਲਡ ਕਰਨ ਵਾਸਤੇ ਇਹ ਸ਼ਬਦ ਦਾ ਅਭਿਆਸ ਰੱਖਣਾ। ਇਹਨੂੰ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਘਰ ਧਾਈ ਹੈ, ਹਰ ਕਾ ਨਾਮ ਜਪੋ ਜਾਪ ਜਪਨੇ, ਜੀਤ ਆਓ ਵਸੋ ਕਰ ਆਪਣੇ। ਇਹ ਨਾਲ ਨਾਲ ਆਪਾਂ ਜਦੋਂ ਤੁਰਦੇ ਫਿਰਦੇ ਬਹਿੰਦੇ ਉੱਠਦੇ ਹਰ ਵਕਤ ਨਾਲ ਨਾਲ ਸਿਮਰਨ ਜਾਰੀ ਰੱਖਣਾ। ਤੇ ਜਦੋਂ ਆਪਾਂ ਇਸ ਤਰ੍ਹਾਂ ਸਿਮਰਨ ਕਰਾਂਗੇ, ਇਹ ਹੌਲੀ ਹੌਲੀ ਮਨ ਜਿਹੜਾ ਆ ਉਹ ਵਿਚਾਰਾਂ ਤੋਂ ਰਹਿਤ ਰਹੇਗਾ। ਫਿਰ ਸਹਿਜ ਵਿੱਚ ਬਿਠਾਵਾਂਗੇ, ਤੇ ਕਿੰਨਾ ਚਿਰ ਸਹਿਜ ਵਿੱਚ ਬੈਠਦਾ ਹੈ ਮਨ, ਵੀ ਇਹ ਕਿੰਨਾ ਚਿਰ ਸਹਿਜ ਵਿੱਚ ਰਿਹਾ, ਕਿੰਨਾ ਚਿਰ ਦਰ ਦੇ ਉੱਪਰ ਬੈਠਿਆ, ਇਹ ਆਪਾਂ ਕਾਊਂਟ ਕਰਨਾ। ਇਹ ਨਹੀਂ ਵੀ ਤਨ ਕਰਕੇ ਆਪਾਂ ਬਾਹਰ ਜਿੰਨਾ ਮਰਜ਼ੀ ਤੁਰੇ ਫਿਰਦੇ ਰਹੇ ਤੇ ਉਹਦੇ ਨਾਲ ਸਾਡੀ ਭਗਤੀ ਦਾ ਕੋਈ ਸੰਬੰਧ ਨਹੀਂ ਹੈਗਾ। ਕਿੰਨਾ ਚਿਰ ਤੁਸੀਂ ਇਹ ਵਿਚਾਰਾਂ ਤੋਂ ਰਹਿਤ ਹੋ ਕੇ ਸਹਿਜ ਵਿੱਚ ਬੈਠੇ, ਦਰ ਤੇ ਬੈਠੇ, ਕਿੰਨਾ ਚਿਰ ਉਹ ਸ਼ਬਦ ਨੂੰ ਸੁਣਿਆ, ਉਹ ਸਾਡੀ ਭਗਤੀ ਦੇ ਵਿੱਚ ਕਾਊਂਟ ਹੋਏਗਾ। ਇਸ ਕਰਕੇ ਜਿਹੜੇ ਗੁਰਮੁਖ ਉਹ ਲਗਾਤਾਰ ਉਸ ਸ਼ਬਦ ਦੀ ਸ਼ਰਨ ਦੇ ਵਿੱਚ ਰਹਿੰਦੇ ਆ, ਉਹ ਮਾਲਕ ਦੀ ਭਗਤੀ ਕਰਦੇ ਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਮਾਇਆ ਮੋਹ ਸਰੀਰ ਹਰ ਕੀਆ, ਵਿੱਚ ਮਨੁੱਖ ਦੇ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਤੰਡ ਪਟਾਈ। ਜਿਹੜੇ ਤਾਂ ਗੁਰੂ ਦੇ ਬਚਨਾਂ ਦੇ ਨਾਲ ਜੁੜੇ ਰਹੇ, ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ, ਉਹ ਭਗਤੀ ਦੀ ਪਛਾਣ ਕਰ ਲੈਂਦੇ ਨੇ। ਤੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ, ਭਾਵੇਂ ਉਹ ਕਿੰਨੇ ਵੀ ਆਪਣੇ ਆਪ ਨੂੰ ਜਤੀ ਸਤੀ ਅਖਵਾਉਂਦੇ ਨੇ, ਬਾਹਰਮੁਖੀ ਹੋ ਕੇ ਚੱਲਦੇ ਨੇ, ਤੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਭਗਤੀ ਦਾ ਭੇਦ ਨਹੀਂ ਹੈ। ਜਤੀ ਸਦਾਵੈ ਜੁਗਤ ਨਾ ਜਾਣੇ, ਛੱਡ ਬਹੇ ਘਰ ਬਾਰ। ਇਸ ਕਰਕੇ ਅੱਜ ਦਾ ਜੋ ਆਪਣਾ ਇਹ ਵਿਸ਼ਾ ਵਾ, ਭਗਤੀ ਦਾ ਸਹਿਜ ਦਾ ਮਾਰਗ, ਇਹ ਵਿਚਾਰਾਂ ਤੋਂ ਰਹਿਤ ਹੋ ਕੇ ਕਿਸ ਤਰ੍ਹਾਂ ਦਰ ਤੇ ਬੈਠ ਕੇ ਉਸ ਸ਼ਬਦ ਨੂੰ ਸੁਣਨਾ। ਥੋੜੇ ਜਿਹੇ ਸਮੇਂ ਵਿੱਚ ਆਪਾਂ ਕੋਸ਼ਿਸ਼ ਕੀਤੀ ਵਿਚਾਰ ਕਰਨ ਦੀ। ਸੋ ਐਸੀ ਅਵਸਥਾ ਦੇ ਵਿੱਚ ਵਿਚਰਨਾ, ਮਾਰੇ ਕਹਿੰਦੇ ਨੇ ਨਾਨਕ ਸਤਿਗੁਰ ਭੇਟੀਐ, ਹੋਵੇ ਪੂਰੀ ਜੁਗਤ, ਹਸੰਦਿਆਂ ਖਿਲੰਦਿਆਂ ਪਹਿਲੰਦਿਆਂ ਕਵੰਦਿਆਂ, ਵਿੱਚੇ ਹੋਵੇ ਮੁਕਤ। ਅਸੀਂ ਆਪਣੇ ਪਰਿਵਾਰ ਵਿੱਚ ਗ੍ਰਸਥ ਮਾਰਗ ਵਿੱਚ ਚੱਲਦਿਆਂ ਹੋਇਆਂ ਗੁਰੂ ਦੀ ਮੱਤ ਲੈ ਕੇ ਆਪਣਾ ਇਹ ਜਿਹੜਾ ਜੀਵਨ ਹੈ ਇਹ ਸਫਲ ਕਰ ਸਕਦੇ ਹਾਂ, ਤੇ ਆਪਣੇ ਇਸ ਜੀਵਨ ਦੇ ਵਿੱਚ ਭਗਤੀ ਕਰਦੇ ਹੋਏ ਪਰਮਾਤਮਾ ਤੋਂ ਉਹ ਅਨੂਪ ਵਸਤੂ ਜਿਹੜੀ ਹੈ ਪ੍ਰਾਪਤ ਕਰਕੇ ਇਸ ਜੀਵਨ ਦੇ ਮਨੁੱਖ ਵਿੱਚ ਸਫਲ ਹੋ ਸਕਦੇ। ਸੋ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣਾ ਇਹ ਮਨੁੱਖਾ ਜਿਹੜਾ ਜਾਮਾ ਮਿਲਿਆ, ਇਸ ਨੂੰ ਪਰਮਾਤਮਾ ਦੀ ਭਗਤੀ ਤੇ ਲਾਈਏ, ਔਰ ਐਸਾ ਆਪਣਾ ਜਿਹੜਾ ਜਨਮ ਹੈ ਨੂੰ ਵਿਅਰਥ ਨਾ ਗਵਾਈਏ। ਗੁਰੂ ਦੀ ਮੱਤ ਲੈ ਕੇ ਪ੍ਰੋਪਰ ਰਸਤੇ ਤੇ ਚੱਲਦੇ ਹੋਏ ਆਪਣੇ ਜਨਮ ਨੂੰ ਸਫਲ ਕਰੀਏ ਜੀ। ਸੋ ਅੱਜ ਦੇ ਵਿਚਾਰ ਵਿੱਚ ਇੰਨੇ ਹੀ ਵਿਚਾਰ ਕਰਦੇ ਹੋਏ, ਅਗਰ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ ਜੋ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।